ਅੰਦਰ ਗੁਰੂਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਦਰਬਾਰਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਤਿਗੁਰੂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਆਪ ਸਮੁੱਚੀ ਸੰਗਤ ਅੰਮ੍ਰਿਤ ਵੇਲੇ ਤੋਂ ਗੁਰ ਸ਼ਬਦ ਦਾ ਆਨੰਦ ਮਾਣ ਰਹੇ ਹੋ। ਸ਼ਬਦ ਦੀ ਵਿਚਾਰ ਵਾਸਤੇ ਸਤਿਗੁਰੂ ਨੇ ਇਹ ਸੁਭਾਗੀਆਂ ਘੜੀਆਂ ਸਾਡੀ ਝੋਲੀ ਵਿੱਚ ਪਾਈਆਂ। ਆਓ ਸਤਿਗੁਰੂ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦੀ ਵਿਚਾਰ ਆਰੰਭ ਕਰੀਏ। ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਨਮਸਕਾਰ ਕਰੀਏ, ਫਤਿਹ ਦੀ ਸਾਂਝ ਪਾਈਏ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਮੈਂ ਸਮੁੱਚੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਅੱਜ ਦੇ ਦਿਨ ਦੇ ਇਤਿਹਾਸ ਨੂੰ ਜ਼ਰੂਰ ਵਾਚਿਆ ਜਾਵੇ। ਅੱਜ ਦਾ ਦਿਨ ਆਪਣੇ ਆਪ ਵਿੱਚ ਇੱਕ ਬਹੁਤ ਹੀ ਕੁਰਬਾਨੀ ਭਰਿਆ ਮਾਨਮੱਤਾ ਇਤਿਹਾਸ ਪਰੋਈ ਬੈਠਾ ਹੈ, ਕਿਉਂਕਿ ਅੱਜ ਦੇ ਦਿਨ ਦਾ ਜੋ ਇਤਿਹਾਸ ਹੈ ਉਹ ਕਿਸੇ ਵਿਦਵਾਨ ਨੇ ਆਪਣੀ ਕੇਵਲ ਕਲਮ ਦੀ ਸਿਆਹੀ ਨਾਲ ਨਹੀਂ ਲਿਖਿਆ। ਅੱਜ ਦੇ ਦਿਨ ਦੇ ਇਤਿਹਾਸ ਨੂੰ ਖਾਲਸਾ ਪੰਥ ਦੇ ਆਗੂਆਂ ਨੇ, ਖਾਲਸਾ ਪੰਥ ਦੇ ਸੂਰਬੀਰ ਯੋਧਿਆਂ ਨੇ ਆਪਣੇ ਸਰੀਰ ਦੇ ਲਹੂ ਦੇ ਨਾਲ ਲਿਖਿਆ ਹੈ। ਕਾਹਨੂੰਵਾਨ ਦੇ ਛੰਭ ਦੇ ਵਿੱਚ ਛੋਟਾ ਘੱਲੂਘਾਰਾ ਵਾਪਰਿਆ। 30,000 ਸਿੱਖ ਬੱਚੀਆਂ, ਗੁਰੂ ਕੇ ਸਿੰਘ, ਬੱਚੇ ਬਜ਼ੁਰਗ ਅੱਜ ਦੇ ਦਿਨ ਸ਼ਹਾਦਤਾਂ ਪਾਉਂਦੇ ਆ। ਗੁਰੂ ਖਾਲਸਾ ਪੰਥ ਦੀ ਜਦੋਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ ਹੈ, ਉਸੇ ਸਮੇਂ ਤੋਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਇਹ ਕਹਿਣਾ ਪਿਆ, ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਉਸੇ ਸਮੇਂ ਤੋਂ ਬਾਬੇ ਕਿਆਂ ਨੂੰ ਫਿਰ ਤਸੀਹਿਆਂ ਦਾ ਸਾਹਮਣਾ ਕਰਨਾ ਪਿਆ, ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਖਾਲਸਾ ਜੀ, ਘੱਲੂਘਾਰੇ ਸਾਡੇ ਪੰਥ ਦੇ ਨਾਲ ਵਾਪਰਦੇ ਕਿਉਂ ਨੇ, ਮੈਂ ਪਹਿਲਾਂ ਇਸ ਤੇ ਬੇਨਤੀ ਕਰਾਂ। ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸਊ। ਇੱਕ ਬਾਬਰ ਕਿਆਂ ਦਾ ਤਖਤ ਹੈ, ਇੱਕ ਬਾਬੇ ਕਿਆਂ ਦਾ ਤਖਤ ਹੈ। ਬਾਬਰ ਕਿਆਂ ਦਾ ਤਖਤ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦਾ ਹੈ। ਬਾਬਰ ਕਿਆਂ ਦਾ ਤਖਤ ਲੋਕਾਂ ਦੇ ਹੱਕ ਖੋਹਣੇ ਚਾਹੁੰਦਾ ਹੈ। ਬਾਬਰ ਕਿਆਂ ਦਾ ਤਖਤ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ। ਪਰ ਬਾਬੇ ਕਿਆਂ ਦਾ ਤਖਤ ਉਹ ਲੋਕਾਂ ਨੂੰ ਆਜ਼ਾਦ ਵੇਖਣਾ ਚਾਹੁੰਦਾ ਹੈ। ਬਾਬੇ ਕਿਆਂ ਦਾ ਤਖਤ ਲੋਕਾਂ ਦੇ ਹੱਕ ਦੇਣਾ ਚਾਹੁੰਦਾ ਹੈ। ਬਾਬੇ ਕਿਆਂ ਦਾ ਤਖਤ ਡਿੱਗੀ ਹੋਈ ਮਾਨਵਤਾ ਨੂੰ ਅਤਾਂਹ ਚੱਕਣਾ ਚਾਹੁੰਦਾ ਹੈ। ਇਹੋ ਕਾਰਨ ਹੈ ਕਿ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਸਦਾ ਟੱਕਰ ਰਹੀ ਹੈ। ਪਰ ਇਸ ਟੱਕਰ ਦੇ ਵਿੱਚੋਂ ਨਤੀਜਾ ਇਹ ਨਿਕਲਦਾ ਕਿ ਬਾਬਰ ਕੇ ਸਮੇਂ-ਸਮੇਂ ਸਿਰ ਬਾਬੇ ਕਿਆਂ ਤੇ ਤਸੀਹੇ ਦਿੰਦੇ ਨੇ, ਬਾਬੇ ਕਿਆਂ ਤੇ ਤਸ਼ੱਦਦ ਘੋਟਦੇ ਆ। ਪਰ ਖਾਲਸਾ ਜੀ, ਬਾਬਰ ਕਿਆਂ ਦੀ ਹਮੇਸ਼ਾ ਹਾਰ ਹੁੰਦੀ ਆਈ ਹੈ ਤੇ ਬਾਬੇ ਕਿਆਂ ਦੀ ਸਦਾ ਜੈ ਜੈਕਾਰ ਹੁੰਦੀ ਆਈ ਹੈ। ਹੁਣ ਵੇਖੋ, ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਪਾਈ, ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਪਾਈ, ਸਤਿਗੁਰੂ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਹੋਣਾ ਨੇ ਵੀ ਸ਼ਹਾਦਤਾਂ ਪਾਈਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਦੇ ਚਾਰੇ ਲਖਤੇ ਜਿਗਰ ਉਹ ਵੀ ਕੁਰਬਾਨ ਹੋ ਗਏ। ਸਮਾਂ ਆਇਆ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਪਹੁੰਚੇ। ਪਰ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਲਗੀਧਰ ਜੀ ਨੇ ਇੱਕ ਮਹਾਨ ਖੇਡ ਰਚਾਈ ਕਿ ਖਾਲਸੇ ਪੰਥ ਦਾ ਇੱਕ ਦਲ ਬਣਾਇਆ
सतगुरु गुरु गोबिंद सिंह जी ने अपने हथी एक निशान साहिब दिता, एक नगारा दिता, अपनी श्री साहिब दिती, ढाला दिती। ओ निशान साहिब, नगारा, श्री साहिब ਅਤੇ ਢਾਲ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ, ਜੋ ਗੁਰੂ ਅੰਗਦ ਸਾਹਿਬ ਦੀ 7ਵੀਂ ਪੀੜ੍ਹੀ ਨੇ। ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਨੂੰ ਇਹ ਵਿਰਾਸਤ ਵਜੋਂ ਦੇ ਕਰਕੇ, ਬਖਸ਼ਿਸ਼ਾਂ ਦੇ ਕਰਕੇ, ਬੁੱਢੇ ਦਲ ਦਾ ਪਹਿਲੇ ਜਥੇਦਾਰ ਨਿਯੁਕਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਦੀ ਧਰਤੀ ਤੇ ਭੇਜਿਆ ਕਿ ਜਾ ਕੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੱਟ ਦਿੱਤੀਆਂ ਜਾਣ। ਬਾਬਾ ਬੰਦਾ ਸਿੰਘ ਬਹਾਦਰ ਖਾਲਸੇ ਪੰਥ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਧਰਤੀ ਤੇ ਆਏ। ਕੈਥਲ ਜਿੱਤਿਆ, ਜੀਂਦ ਜਿੱਤਿਆ, ਸਮਾਣਾ ਜਿੱਤਿਆ, ਸਮਾਂ ਆਇਆ ਸਰਹੰਦ ਵੀ ਫਤਿਹ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, ਪਰ ਸਿੱਖਾਂ ਦੇ ਉੱਤੇ ਜ਼ੁਲਮ ਦਾ ਅੰਤ ਨਹੀਂ ਹੋਇਆ, ਬਲਕਿ ਜ਼ੁਲਮ ਹੋਰ ਵੀ ਤੇਜ਼ੀ ਦੇ ਨਾਲ ਸਿੱਖਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਗਿਆ। ਸਮਾਂ ਆਇਆ ਜ਼ਕਰੀਆ ਖਾਨ ਮੌਕੇ ਦਾ ਬਾਦਸ਼ਾਹ ਬਣਿਆ। ਕਹਿੰਦੇ ਜ਼ਕਰੀਆ ਖਾਨ ਨੇ ਉਸ ਸਮੇਂ ਫਿਰ ਸਿੱਖਾਂ ਦੇ ਉੱਤੇ ਭਾਰੀ ਤਸ਼ੱਦਦ ਕੀਤਾ। ਜ਼ਕਰੀਆ ਖਾਨ ਨੇ ਕਹਿੰਦੇ ਕਈ ਚਰਖੀ, ਕਈ ਫਾਂਸੀ ਮਾਰੇ, ਕਈ ਤੋਪਨ, ਕਈ ਛੁਰੀ ਕਟਾਰੇ, ਕਿਸੇ ਹੱਥ ਕਿਸੇ ਟੰਗ ਕਟਵਾਈ, ਕਿਸੇ ਅੱਖ ਕਿਸੇ ਖਲ ਉਤਰਵਾਈ। ਕਹਿੰਦੇ ਜ਼ਕਰੀਆ ਖਾਨ ਨੇ ਐਲਾਨ ਕਰ ਦਿੱਤਾ ਵੀ ਕਿਤੇ ਵੀ ਗੁਰੂ ਕਾ ਸਿੱਖ ਨਜ਼ਰ ਆ ਜਾਵੇ, ਹਕੂਮਤ ਨੂੰ ਉਸ ਸਿੱਖ ਬਾਰੇ ਦੱਸਿਆ ਜਾਵੇ, ਮੈਂ ਉਸ ਸਿੱਖ ਨੂੰ ਜਿਉਂਦਾ ਨਹੀਂ ਛੱਡਾਂਗਾ ਜਿਹੜਾ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਹੋਵੇਗਾ। ਉਸ ਸਮੇਂ ਗੁਰੂ ਕੇ ਸਿੰਘਾਂ ਨੂੰ ਚਰਖੜੀਆਂ ਤੇ ਚੜ੍ਹਨਾ ਪਿਆ, ਕਈ ਚਰਖੀ, ਕਈ ਫਾਂਸੀ ਮਾਰੇ। ਜ਼ਕਰੀਆ ਖਾਨ ਨੇ ਕਿਸੇ ਨੂੰ ਚਰਖੜੀ ਤੇ ਚਾੜ ਕੇ ਮਾਰਿਆ, ਕਿਸੇ ਨੂੰ ਫਾਂਸੀਆਂ ਤੇ ਲਮਕਾ ਕੇ ਮਾਰਿਆ। ਉਸ ਤੋਂ ਬਾਅਦ ਕਹਿੰਦੇ ਕਈ ਤੋਪਨ, ਕਈ ਛੁਰੀ ਕਟਾਰੇ। ਜ਼ਕਰੀਆ ਖਾਨ ਨੇ ਕੁਝ ਸਿੰਘਾਂ ਨੂੰ ਤੋਪਾਂ ਦੇ ਸਾਹਮਣੇ ਬੰਨ ਦੇਣਾ, ਧਮਾਕਾ ਕਰਕੇ ਆਕਾਸ਼ ਵਿੱਚ ਉਡਾਉਣਾ ਤੇ ਸਿੱਖਾਂ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਹੱਸਣਾ। ਇੰਨਾ ਹੀ ਨਹੀਂ, ਕਹਿੰਦੇ ਕਈਆਂ ਦੇ ਸਰੀਰ ਦੇ ਉੱਤੇ ਆਪਣੀ ਕਟਾਰ ਦੇ ਨਾਲ, ਛੁਰੀਆਂ ਦੇ ਨਾਲ ਵਾਰ ਕਰਨੇ। ਕਹਿੰਦੇ ਜਦੋਂ ਸਿੱਖਾਂ ਦੇ ਸਰੀਰਾਂ ਦੇ ਉੱਤੇ ਕਟਾਰ ਦੇ ਨਾਲ ਵਾਰ ਕਰਨੇ, ਜਿੱਥੇ ਜਿੱਥੇ ਜ਼ਖਮ ਹੋਣਾ, ਜ਼ਕਰੀਆ ਖਾਨ ਨੇ ਉਹਨਾਂ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਕਰਨਾ। ਇੰਨੇ ਵੱਧ ਤਸੀਹੇ। ਫਿਰ ਕਹਿੰਦੇ ਜਿਹੜਾ ਸਿੱਖ ਬਾਣੀ ਪੜ੍ਹਦਾ ਸੀ, ਸਮਾਂ ਆਉਣਾ, ਜ਼ਕਰੀਆ ਖਾਨ ਨੇ ਕਿਸੇ ਹੱਥ ਕਿਸੇ ਟੰਗ ਕਟਵਾਈ, ਕਿਸੇ ਦੇ ਹੱਥ ਕਟਵਾ ਦੇਣੇ, ਕਿਸੇ ਦੀਆਂ ਲੱਤਾਂ ਕਟਵਾ ਦੇਣੀਆਂ, ਕਿਸੇ ਅੱਖ ਕਿਸੇ ਖਲ ਉਤਰਵਾਈ। ਕਹਿੰਦੇ ਕਿਸੇ ਗੁਰੂ ਕੇ ਸਿੱਖ ਦੀਆਂ ਅੱਖਾਂ ਕੱਢ ਦੇਣੀਆਂ। ਇੰਨੇ ਤਸੀਹੇ ਗੁਰੂ ਕੇ ਸਿੱਖਾਂ ਤੇ ਹੋਏ। ਸਿੱਖਾਂ ਦੀਆਂ ਅੱਖਾਂ ਕੱਢਣੀਆਂ। ਕੇਵਲ ਇਤਨਾ ਹੀ ਨਹੀਂ, ਕਹਿੰਦੇ ਜ਼ਕਰੀਆ ਖਾਨ ਨੇ ਇੰਨੇ ਭਾਰੀ ਤਸੀਹੇ ਦਿੱਤੇ ਕਿ ਗੁਰੂ ਕੇ ਸਿੱਖਾਂ ਦੀ ਖੱਲ ਤੱਕ ਉਤਰਵਾਉਣੀ ਸ਼ੁਰੂ ਕਰ ਦਿੱਤੀ। ਇੰਨੇ ਤਸੀਹਿਆਂ ਦੇ ਵਿੱਚ ਖਾਲਸਾ ਜੀ, ਗੁਰੂ ਕੇ ਸਿੱਖਾਂ ਨੇ ਸਿੱਖੀ ਨਿਭਾਈ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ। ਸਮਾਂ ਆਇਆ ਨਾਦਰ ਸ਼ਾਹ ਨੇ ਹਮਲਾ ਕੀਤਾ। ਜਦੋਂ ਨਾਦਰ ਸ਼ਾਹ ਲਾਹੌਰ ਪਹੁੰਚਿਆ, ਕਹਿੰਦੇ ਜ਼ਕਰੀਆ ਖਾਨ ਨਾਦਰ ਸ਼ਾਹ ਦੀ ਈਨ ਮੰਨ ਗਿਆ, ਦੋਵਾਂ ਦੀ ਸੰਧੀ ਹੋ ਗਈ। ਜ਼ਕਰੀਆ ਖਾਨ ਤਾਂ ਪਹਿਲਾਂ ਹੀ ਸਿੱਖਾਂ ਤੇ ਜ਼ੁਲਮ ਕਰ ਰਿਹਾ, ਨਾਦਰ ਸ਼ਾਹ ਵੀ ਸਿੱਖਾਂ ਤੋਂ ਖਾਰ ਖਾਉਂਦਾ ਹੈ। ਸਮਾਂ ਆ ਗਿਆ, ਉਸ ਸਮੇਂ ਖਾਲਸਾ ਪੰਥ ਦੀ ਅਗਵਾਈ ਕਰ ਰਹੇ ਸਨ ਬੁੱਢੇ ਦਲ ਦੇ ਤੀਸਰੇ ਜਥੇਦਾਰ ਸਿੰਘ ਸਾਹਿਬ, ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਖਾਲਸਾ ਪੰਥ ਨੇ ਨਵਾਬੀਆਂ ਦਿੱਤੀਆਂ। ਕਹਿੰਦੇ ਜਿਸ ਵਕਤ ਨਾਦਰ ਸ਼ਾਹ ਜ਼ਕਰੀਆ ਖਾਨ ਦੀ ਸੰਧੀ ਹੋਈ, ਇਹਨਾਂ ਨੇ ਐਲਾਨ ਕੀਤਾ, ਦੱਸਣ ਵਾਲੇ 10 ਰੁਪਏ, ਮਾਰਨ ਵਾਲੇ 50। ਇਹ ਲਾਲਚ ਤੁਰਕਣ ਦਿਓ ਤੋ ਸਿੰਘਣ ਭਇਓ ਬਨਵਾਸ। ਕਹਿੰਦੇ ਦੋਵਾਂ ਨੇ ਐਲਾਨ ਕਰ ਦਿੱਤਾ, ਜਿਹੜਾ ਸਿੱਖਾਂ ਦੀ ਸੂਹ ਦੇਵੇਗਾ ਉਹਨੂੰ 10-10 ਰੁਪਏ ਸਰਕਾਰ ਇਨਾਮ ਦਿਆ ਕਰੇਗੀ। ਦੂਸਰਾ ਐਲਾਨ ਕੀਤਾ, ਸੂਹ ਦੇਣ ਵਾਲੇ ਨੂੰ, ਖਬਰ ਦੇਣ ਵਾਲੇ ਨੂੰ 10 ਰੁਪਏ ਮਿਲਣਗੇ, ਤੇ ਜਿਹੜਾ ਸਿੱਖ ਦਾ ਕਤਲ ਕਰਕੇ ਹਕੂਮਤ ਨੂੰ ਦੱਸੇਗਾ ਉਸ ਦੇ ਪਰਿਵਾਰ ਨੂੰ 50 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤਰ੍ਹਾਂ ਸਿੱਖਾਂ ਦੀਆਂ ਸਿਰਾਂ ਦੇ ਮੁੱਲ ਪਾਏ ਗਏ। ਇਹ ਲਾਲਚ ਦਿੱਤਾ। ਪਰ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਜੀ ਉਹਨਾਂ ਦਿਨਾਂ ਦੇ ਵਿੱਚ
ਅਗਵਾਈ ਕਰ ਰਹੇ ਸਨ, ਵਹੀਰ ਦੇ ਨਾਲ ਜੰਗਲਾਂ ਦੇ ਵਿੱਚ ਰਾਤਾਂ ਕੱਟਦੇ ਆ। ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਇੰਨੇ ਤਸੀਹੇ ਭਰੇ ਸਮੇਂ ਦੇ ਵਿੱਚ ਵੀ ਪੰਥ ਦੀ ਅਗਵਾਈ ਕਰਦੇ ਆ। ਸਮਾਂ ਆਇਆ, ਜ਼ਕਰੀਆ ਖਾਨ ਦੀ ਮੌਤ ਹੋ ਗਈ। ਇਹਦੇ ਦੋ ਪੁੱਤਰ ਯਹੀਆ ਖਾਨ ਤੇ ਸ਼ਾਹ ਨਵਾਜ਼। ਹੁਣ ਯਹੀਆ ਖਾਨ ਲਾਹੌਰ ਦਾ ਸੂਬੇਦਾਰ ਬਣ ਗਿਆ। ਇਹਦੇ ਦੋ ਫੌਜਦਾਰ ਸਨ, ਜਸਪਤ ਰਾਏ ਤੇ ਲਖਪਤ ਰਾਏ। ਹੈ ਭਾਵੇਂ ਸਨਾਤਨ ਦੇ, ਪਰ ਇੱਕ ਵੀ ਗੁਣ ਇਹਨਾਂ ਵਿੱਚ ਸਨਾਤਨ ਮਤ ਵਾਲਾ ਨਹੀਂ ਸੀ। ਸਤਿਗੁਰੂ ਦੇ ਘਰ ਦੇ ਨਾਲ ਬਹੁਤ ਜ਼ਿਆਦਾ ਧਰੋ ਇਹਨਾਂ ਦੋਵਾਂ ਭਰਾਵਾਂ ਨੇ ਕਮਾਇਆ। ਯਹੀਆ ਖਾਨ ਜਿਸ ਵਕਤ ਗੱਦੀ ਤੇ ਬੈਠਾ ਸਿੱਖਾਂ ਤੋਂ ਖਾਰ ਬੜੀ ਖਾਂਦਾ ਸੀ। ਜਸਪਤ ਰਾਏ ਤੇ ਯਹੀਆ ਖਾਨ ਨੇ ਸਲਾਹ ਕਰ ਲਈ। ਜਸਪਤ ਰਾਏ ਕਹਿੰਦਾ ਵੀ ਜਿੱਥੇ ਵੀ ਸਿੱਖ ਨਜ਼ਰ ਆਵੇਗਾ ਮੈਂ ਮਾਰ ਕੇ ਤੇਰੇ ਦਰਬਾਰ ਵਿੱਚ ਪੇਸ਼ ਕਰਾਂਗਾ। ਇਹਨੇ ਹਕੂਮਤ ਦੀ ਬੜੀ ਇਮਾਨਦਾਰੀ ਦੇ ਨਾਲ ਚਾਕਰੀ ਕੀਤੀ। ਪਰ ਖਾਲਸਾ ਜੀ, ਇੱਧਰ ਜਿਹੜੇ ਗੁਰੂ ਕੇ ਸਿੰਘ ਸਨ ਨਾ, ਉਹਨਾਂ ਦੇ ਹੌਸਲੇ ਬੜੇ ਬੁਲੰਦ ਸਨ। ਭਾਵੇਂ ਜੰਗਲਾਂ ਵਿੱਚ ਰਾਤਾਂ ਕੱਟਣੀਆਂ ਪੈਂਦੀਆਂ ਸਨ, ਭਾਵੇਂ ਛਕਣ ਵਾਸਤੇ ਭੋਜਨ ਨਹੀਂ ਸੀ ਮਿਲਦਾ, ਕਹਿੰਦੇ ਫਿਰ ਵੀ ਗੁਰੂ ਕੇ ਖਾਲਸੇ ਪਾਤਸ਼ਾਹੀ ਦਾਵਾ ਨਹੀਂ ਸਨ ਛੱਡਦੇ। ਹਮ ਰਾਖਤ ਪਾਤਸ਼ਾਹੀ ਦਾਵਾ। ਕਹਿੰਦੇ ਜੰਗਲਾਂ ਵਿੱਚ ਰਾਤਾਂ ਕੱਟ ਕੇ ਵੀ ਗੁਰੂ ਕੇ ਖਾਲਸੇ ਪਾਤਸ਼ਾਹੀ ਦਾਵਾ ਨਹੀਂ ਸੀ ਛੱਡਦੇ। ਕਹਿੰਦੇ ਦਿਨੇ ਤਾਂ ਤੁਰਕ ਇਹ ਜਸਪਤ ਰਾਏ ਦੀਆਂ ਫੌਜਾਂ ਹਮਲਾ ਕਰਦੀਆਂ ਸਨ ਤੇ ਰਾਤਾਂ ਨੂੰ ਫਿਰ ਗੁਰੂ ਕੇ ਸਿੰਘਾਂ ਨੇ ਤੁਰਕਾਂ ਦੇ ਉੱਤੇ, ਮੁਗਲਾਂ ਦੇ ਉੱਤੇ, ਇਸ ਜਸਪਤ ਰਾਏ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਕਹਿੰਦੇ ਸਿੰਘਾਂ ਨੇ ਇਹਨਾਂ ਦੇ ਘੋੜੇ ਖੋਲ ਕੇ ਲਿਆਉਣੇ, ਸਿੰਘਾਂ ਨੇ ਇਹਨਾਂ ਦੇ ਹਥਿਆਰ ਖੋਹ ਕੇ ਲਿਆਉਣੇ। ਸਮਾਂ ਆਇਆ, ਸਿੰਘਾਂ ਨੇ ਇਹਨਾਂ ਦੇ ਘੋੜੇ ਖੋਏ, ਹਥਿਆਰ ਖੋਏ। ਜਸਪਤ ਰਾਏ ਨੇ ਖਾਲਸੇ ਦੇ ਉੱਤੇ ਹਮਲਾ ਕੀਤਾ। ਅੰਤ ਜਸਪਤ ਰਾਏ ਉਸ ਹਮਲੇ ਦੇ ਵਿੱਚ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਇਹ ਖਤਮ ਹੋ ਗਿਆ। ਹੁਣ ਜਦੋਂ ਜਸਪਤ ਰਾਏ ਦੀ ਮੌਤ ਦਾ ਪਤਾ ਇਹਦੇ ਭਰਾ ਲਖਪਤ ਰਾਏ ਨੂੰ ਲੱਗਾ, ਲਖਪਤ ਰਾਏ ਸੜ ਵੱਲ ਗਿਆ, ਯਹੀਆ ਖਾਨ ਦੇ ਦਰਬਾਰ ਦੇ ਵਿੱਚ ਗਿਆ। ਜਾ ਕੇ ਉੱਚੀ ਉੱਚੀ ਕਹਿਣ ਲੱਗਾ ਬੜੇ ਕ੍ਰੋਧ ਦੇ ਵਿੱਚ, ਕਹਿੰਦਾ ਸਿੱਖਾਂ ਨੇ ਮੇਰੇ ਭਰਾ ਨੂੰ ਮਾਰਿਆ, ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਮਿਟਾ ਦਵਾਂਗਾ। ਯਹੀਆ ਖਾਨ ਕਹਿੰਦਾ ਕਿਸ ਤਰ੍ਹਾਂ? ਕਹਿੰਦਾ ਸਿੱਖਾਂ ਨੂੰ ਮਕਾਉਣ ਵਾਸਤੇ ਕੇਵਲ ਸਿੱਖਾਂ ਨੂੰ ਮਾਰਨਾ ਨਹੀਂ, ਸਿੱਖਾਂ ਨੂੰ ਜੇ ਮਾਰਨਾ ਹੈ, ਸਿੱਖਾਂ ਨੂੰ ਗੁਰੂ ਨਾਨਕ ਦੀ ਬਾਣੀ ਤੋਂ ਦੂਰ ਕਰ ਦਿੱਤਾ ਜਾਵੇ। ਫਿਰ ਯਹੀਆ ਖਾਨ ਨੇ ਲਾਹੌਰ ਦਰਬਾਰ ਦੇ ਵਿੱਚੋਂ ਐਲਾਨ ਕੀਤਾ ਕਿ ਨਾਨਕ ਕੀ ਕਹੂ ਪੜ੍ਹੈ ਨਾ ਬਾਣੀ, ਗ੍ਰੰਥ ਪੋਥੀਆਂ ਲੁਕੋਏ ਛਪਾਣੀ। ਇਹ ਐਲਾਨ ਕਰ ਦਿੱਤਾ ਗਿਆ ਪੂਰੇ ਭਾਰਤ ਵਿੱਚ ਕਿ ਕੋਈ ਵੀ ਗੁਰੂ ਨਾਨਕ ਦੀ ਬਾਣੀ ਆਪਣੀ ਜ਼ਬਾਨ ਤੋਂ ਨਾ ਪੜ੍ਹੇ। ਜਿਹੜੇ ਵੀ ਇਹਨਾਂ ਦੇ ਗ੍ਰੰਥ ਨੇ, ਇਹਨਾਂ ਦੀਆਂ ਪੋਥੀਆਂ ਨੇ, ਉਹ ਸਾੜ ਕੇ ਸਵਾਹ ਕਰ ਦਿੱਤੀਆਂ ਜਾਣ। ਖਾਲਸਾ ਜੀ, ਕੇਵਲ ਇਤਨਾ ਨਹੀਂ, ਇਥੋਂ ਤੱਕ ਐਲਾਨ ਕੀਤੇ ਗਏ, ਜੇ ਕੋ ਗੁਰ ਕਾ ਲਬੈ ਹੈ ਨਾਮ, ਮਾਰੋ ਤਿਸਕੇ ਸਭ ਹੀ ਗ੍ਰਾਮ। ਕਹਿੰਦਾ ਜੇ ਕਿਸੇ ਪਿੰਡ ਦੇ ਵਿੱਚ ਕੋਈ ਸਿੱਖ ਰਹਿ ਕੇ ਗੁਰੂ ਨਾਨਕ ਦਾ ਨਾਮ ਲੈ ਰਿਹਾ ਹੈ, ਕਹਿੰਦਾ ਕੱਲੇ ਸਿੱਖ ਨੂੰ ਨਹੀਂ ਮਾਰਨਾ, ਉਹਦਾ ਸਾਰੇ ਦਾ ਸਾਰਾ ਪਿੰਡ ਬਰਬਾਦ ਕਰ ਦਿੱਤਾ ਜਾਵੇ ਜਿਸ ਪਿੰਡ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਪੜੀ ਜਾ ਰਹੀ ਹੈ। ਇੰਨੇ ਵੱਧ ਤਸ਼ੱਦਦ ਤਸੀਹਾਂ ਦੇ ਵਿੱਚ ਵੀ ਸਿੱਖਾਂ ਨੇ ਬਾਣੀ ਨਹੀਂ ਛੱਡੀ, ਸਿੱਖਾਂ ਨੇ ਗੁਰੂ ਨਾਨਕ ਦਾ ਨਾਮ ਲੈਣਾ ਨਹੀਂ ਛੱਡਿਆ, ਸਿੱਖਾਂ ਨੇ ਕੇਸ ਨਹੀਂ ਕਟਵਾਏ, ਸਿੱਖਾਂ ਨੇ ਸਿੱਖੀ ਨਹੀਂ ਛੱਡੀ। ਖਾਲਸਾ ਜੀ, ਇੱਥੋਂ ਤੱਕ ਇਹਨਾਂ ਨੇ ਕਿਹਾ ਗੁਰ ਕਾ ਨਾਮ ਜੋ ਪੜੇ ਹਮਰੇ ਕਾਨ, ਛਾਡੋ ਨਾਹੀ ਕਾਢੋ ਪ੍ਰਾਣ। ਕਹਿੰਦਾ ਜੇ ਕੋਈ ਆਪਣੀ ਜ਼ਬਾਨ ਤੋਂ ਗੁਰੂ ਦਾ ਨਾਮ ਲਵੇ ਤੇ ਮੇਰੇ ਕੰਨਾਂ ਵਿੱਚ ਗੁਰੂ ਦਾ ਨਾਮ ਸੁਣਾਈ ਦੇ ਗਿਆ, ਉਹ ਸਿੱਖ ਨੂੰ ਛੱਡਾਂਗਾ ਨਹੀਂ, ਸਾਰੇ ਦਾ ਸਾਰਾ ਪਿੰਡ ਬਰਬਾਦ ਕਰ ਦਿਆਂਗਾ, ਉਹਦੀ ਜ਼ਿੰਦਗੀ ਬਰਬਾਦ ਕਰ ਦਿਆਂਗਾ, ਪਰਿਵਾਰ ਨੂੰ ਕੋਲੂ ਵਿੱਚ ਪੀ ਦਿਆਂਗਾ। ਕਹਿੰਦੇ ਇਤਨੇ ਭਾਰੀ ਐਲਾਨਾਂ ਤੋਂ ਬਾਅਦ ਵੇਖੋ ਕੈਸਾ ਕਿ ਡਰ ਸੀ ਇਹਨਾਂ ਨੂੰ ਗੁਰੂ ਕੇ ਨਾਮ ਤੋਂ। ਕਹਿੰਦੇ ਉਸ ਸਮੇਂ ਇਹਨਾਂ ਦੋਵਾਂ ਨੇ ਗੁੜ ਕਹਿਣ ਤੇ ਵੀ ਪਾਬੰਦੀ ਲੈ ਦਿੱਤੀ। ਗੁੜ ਕਹੈ ਗੁਰ ਨਾ ਕਹੈ ਧਰੈ ਨਾਮ। ਕਹਿੰਦੇ ਗੁਰੂ ਨਹੀਂ ਕਹਿਣਾ, ਗੁੜ ਨਹੀਂ ਕਹਿਣਾ, ਗੁੜ ਕਹਿਣਾ ਹੈ, ਗੁਰੂ ਨਹੀਂ ਕਹਿਣਾ ਆਪਣੀ ਜ਼ਬਾਨ ਤੋਂ। ਜਿਵੇਂ ਆਪਾਂ ਆਮ ਸੁਭਾਵਕ ਬੋਲੀ ਵਿੱਚ ਕਹਿ ਦਿੰਦੇ ਆ ਗੁਰੂ ਕਿਰਪਾ ਕਰੇਗਾ, ਗੁਰੂ ਰਹਿਮਤ ਕਰੇਗਾ, ਗੁਰੂ ਬਖਸ਼ਿਸ਼ ਕਰੇਗਾ। ਇਹਨਾਂ ਨੇ ਇੰਨੀਆਂ ਪਾਬੰਦੀਆਂ ਲਾ ਦਿੱਤੀਆਂ ਵੀ ਗੁਰੂ ਦਾ ਨਾਮ ਤਾਂ ਲੈਣਾ ਹੀ ਨਹੀਂ,
ਤੇ ਨਾਲ ਨਾਲ ਗੁੜ ਦਾ ਨਾਮ ਵੀ ਨਹੀਂ ਲੈਣਾ, ਹੋਵੇ ਨਾ ਕਿਤੇ ਕੋਈ ਗੁੜ ਕਵੇ ਤੇ ਗੁੜ ਦੀ ਥਾਂ ਦੇ ਉੱਤੇ ਗੁਰੂ ਦਾ ਨਾਮ ਨਿਕਲ ਜਾਵੇ। ਉਸ ਸਮੇਂ ਪੰਜਾਬ ਦੀ ਧਰਤੀ ਤੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਵੀ ਕਿਤੇ ਗੁੜ ਕਹਿਣ ਲੱਗਿਆਂ ਵੀ ਕੋਈ ਗੁਰੂ ਨਾ ਕਹਿ ਦਵੇ, ਇਸ ਲਈ ਜਿਹੜਾ ਗੁੜ ਵੀ ਕਵੇਗਾ ਉਹਦਾ ਵੀ ਸਾਰੇ ਦਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ। ਪਰ ਕਹਿੰਦੇ ਇਨ੍ਹਾਂ ਸਮਿਆਂ ਵਿੱਚ ਅਗਵਾਈ ਕਰ ਰਹੇ ਸਨ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਅਕਾਲ ਤਖਤ ਸਾਹਿਬ ਦੇ ਚੌਥੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਜਿਨ੍ਹਾਂ ਨੇ 19 ਵਾਰ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਇਆ। ਖਾਲਸਾ ਜੀ ਐਸੇ ਤਸ਼ੱਦਦ, ਐਸੇ ਮੁਸ਼ਕਲਾਂ ਦੇ ਦੌਰ ਦੇ ਵਿੱਚੋਂ ਖਾਲਸਾ ਲੰਘ ਰਿਹਾ ਸੀ। ਵੇਖੋ ਅੱਜ ਤਾਂ ਕੁਝ ਵਾਪਰਦਾ ਹੀ ਨਹੀਂ, ਅੱਜ ਤਾਂ ਬਹੁਤ ਨਿੱਕੀਆਂ ਨਿੱਕੀਆਂ ਬਾਤਾਂ ਹੋ ਰਹੀਆਂ ਤੇ ਸਿੱਖ ਬਹੁਤ ਛੇਤੀ ਘਬਰਾ ਜਾਂਦੇ ਆ, ਸਿੱਖ ਬਹੁਤ ਛੇਤੀ ਚਿੰਤਤ ਹੋ ਜਾਂਦੇ ਆ। ਪੰਥ ਨੂੰ ਖਤਰਾ ਪੈ ਗਿਆ, ਪਤਾ ਨਹੀਂ ਪੰਥ ਦਾ ਕੀ ਹੋਵੇਗਾ। ਪਰ ਜਿਨ੍ਹਾਂ ਸਮਿਆਂ ਵਿੱਚ ਸਿੱਖਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸਨ, ਸਿੱਖਾਂ ਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ, ਸਿੱਖਾਂ ਦੀ ਖੱਲ ਤੱਕ ਉਤਾਰ ਦਿੱਤੀ ਜਾਂਦੀ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਤੱਕ ਪਾ ਦਿੱਤੇ ਜਾਂਦੇ ਸਨ, ਉਹਨਾਂ ਸਮਿਆਂ ਦੇ ਵਿੱਚ ਪੰਥ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਖਾਲਸਾ ਪੰਥ ਨੂੰ ਇਹ ਬਚਨ ਕੀਤਾ ਕਿ ਖਾਲਸਾ ਜੀ ਘਬਰਾਇਓ ਨਾ, ਭਾਵੇਂ ਬੰਦ ਕਟਵਾਉਣਾ ਪੈ ਜਾਵੇ, ਸਿੱਖੀ ਨਾ ਛੱਡਿਓ। ਮੈਨੂੰ ਆਪਣੇ ਕਲਗੀਆਂ ਵਾਲੇ ਦੇ ਬਚਨਾਂ ਤੇ ਭਰੋਸਾ ਹੈ। ਬਚਨ ਗੁਰੂ ਹਮਰੇ ਹੋਵੇਂ ਸਾਚ, ਜੋ ਸਾਨੂੰ ਕਲਗੀਆਂ ਵਾਲੇ ਨੇ ਬਚਨ ਕੀਤਾ, ਹੰਨੇ ਹੰਨੇ ਪਾਤਸ਼ਾਹੀ ਕਰੂੰ ਰਾਜ, ਕਿ ਇਨ ਗਰੀਬ ਸਿੱਖਣ ਕੋ ਦਊਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਬਾਬਾ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗੇ ਭਾਵੇਂ ਬੰਦ ਵੀ ਕਟਵਾਇਆ ਜਾਵੇ, ਸਿੱਖੀ ਨਾ ਛੱਡਿਓ। ਸਮਾਂ ਆਵੇਗਾ ਕਲਗੀਆਂ ਵਾਲੇ ਦੇ ਬਚਨ ਪ੍ਰਤੱਖ ਵਰਤਣਗੇ ਤੇ ਖਾਲਸੇ ਦਾ ਰਾਜ ਕੁੱਲ ਵਿਸ਼ਵ ਭਰ ਦੇ ਵਿੱਚ ਹੋਵੇਗਾ। ਖਾਲਸੇ ਦੇ ਨਿਸ਼ਾਨ ਕੁੱਲ ਦੁਨੀਆ ਵਿੱਚ ਝੂਲਣਗੇ। ਕਹਿੰਦੇ ਉਹਨਾਂ ਸਮਿਆਂ ਵਿੱਚ ਫਿਰ ਲਖਪਤ ਰਾਏ ਨੇ ਯਹੀਆ ਖਾਨ ਦੀ ਮਦਦ ਲਈ ਯਹੀਆ ਖਾਨ ਦੇ ਪੁੱਤਰ ਨੂੰ ਨਾਲ ਲਿਆ। ਇੱਕ ਬਹੁਤ ਮੰਨਿਆ ਪਰਮੰਨਿਆ ਜਰਨੈਲ ਸੀ ਇਸ ਦਾ, ਨਾਹਰ ਖਾਂ, ਉਸ ਦੀਆਂ ਫੌਜਾਂ ਨਾਲ ਲੈ ਕਰਕੇ ਖਾਲਸੇ ਪੰਥ ਦੇ ਉੱਤੇ ਹਮਲਾ ਕਰ ਦਿੱਤਾ। ਖਾਲਸਾ ਜੀ ਇਹ ਜਿਹੜੀ ਕਾਹਨੂੰਵਾਨ ਦਾ ਛੰਭ ਹੈ ਨਾ, ਇਹਦਾ ਬਹੁਤ ਵੱਡਾ ਇਤਿਹਾਸ ਹੈ। ਜਿਹੜਾ ਛੰਭ ਹੈ, ਛੰਭ ਦਾ ਭਾਵ ਕੀ ਹੈ? ਦੋ ਸ਼ਬਦਾਂ ਦਾ ਜੋੜ ਹੈ। ਪਹਿਲਾ ਸ਼ਬਦ ਹੈ ਛੱਛਾ, ਦੂਸਰਾ ਹੈ ਅੰਬ। ਛੱਛੇ ਦਾ ਮਤਲਬ ਹੈ ਘਰ ਤੇ ਅੰਬ ਦਾ ਮਤਲਬ ਹੈ ਜਲ। ਛੰਭ ਉਹਨੂੰ ਕਿਹਾ ਜਾਂਦਾ ਸੀ ਜਿੱਥੇ ਜਲ ਦਾ ਘੇਰਾ ਹੋਵੇ, ਭਾਵ ਕਿ ਝੀਲ, ਟੋਭਾ ਜਾਂ ਛੱਪੜ ਹੋਵੇ। ਤੇ ਕਾਹਨੂੰਵਾਨ ਦੇ ਛੰਭ ਭਾਵ ਇੱਥੇ ਜੰਗਲ ਵੀ ਬਹੁਤ ਘਣਾ ਸੀ ਤੇ ਜੰਗਲ ਦੇ ਵਿਚਕਾਰ ਝੀਲ ਵੀ ਬਹੁਤ ਘਣੀ ਸੀ। ਇਸ ਕਰਕੇ ਕਹਿੰਦੇ ਜਦੋਂ ਸਿੱਖਾਂ ਨੂੰ ਕਿਤੇ ਰਹਿਣ ਨਹੀਂ ਸੀ ਦਿੱਤਾ ਜਾਂਦਾ, ਸਿੱਖਾਂ ਦੇ ਰਹਿਣ ਤੇ ਪਾਬੰਦੀ ਲਾ ਦਿੱਤੀ ਜਾਂਦੀ ਸੀ, ਖਾਣ ਤੇ ਪਾਬੰਦੀ ਲਾ ਦਿੱਤੀ ਜਾਂਦੀ ਸੀ, ਸੌਣ ਤੇ ਪਾਬੰਦੀ ਲਾ ਦਿੱਤੀ ਜਾਂਦੀ ਸੀ, ਪਾਉਣ ਤੇ ਪਾਬੰਦੀ ਲਾ ਦਿੱਤੀ ਜਾਂਦੀ ਸੀ। ਉਹਨਾਂ ਸਮਿਆਂ ਦੇ ਵਿੱਚ ਸਿੱਖ ਫਿਰ ਇਨ੍ਹਾਂ ਜੰਗਲਾਂ ਵਿੱਚ ਆ ਕੇ ਰਾਤਾਂ ਕੱਟਿਆ ਕਰਦੇ ਸਨ। ਖਾਲਸਾ ਜੀ ਕਹਿੰਦੇ ਗੁਰੂ ਕਾ ਖਾਲਸਾ ਜੰਗਲਾਂ ਵਿੱਚ ਰਾਤਾਂ ਕੱਟਦਾ ਤੇ ਲਖਪਤ ਰਾਏ ਬਹੁਤ ਵੱਡੀ ਗਿਣਤੀ ਦੇ ਨਾਲ ਫੌਜਾਂ ਨੂੰ ਲੈ ਕਰਕੇ ਸਿੰਘਾਂ ਦੇ ਉੱਤੇ ਹਮਲਾ ਕਰ ਦਿੰਦਾ। ਤੇ ਜਦੋਂ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਪਤਾ ਲੱਗਾ ਕਿ ਲਖਪਤ ਰਾਏ ਨੇ ਹਮਲਾ ਕੀਤਾ, ਕਹਿੰਦੇ ਉਸ ਸਮੇਂ ਫਿਰ ਸਿੰਘਾਂ ਨੇ ਜਥੇਦਾਰ ਨੂੰ ਪੁੱਛਿਆ ਵੀ ਹੁਣ ਕੀ ਕੀਤਾ ਜਾਵੇ। ਵਹੀਰ ਨੂੰ ਲੈ ਕਰਕੇ ਇੱਥੋਂ ਜਾਇਆ ਜਾਵੇ, ਮੈਦਾਨ ਛੱਡ ਕੇ ਭੱਜਿਆ ਜਾਵੇ ਕਿ ਸਾਹਮਣਾ ਕੀਤਾ ਜਾਵੇ। ਤੇ ਪੰਥ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਕਿਹਾ ਕਿ ਖਾਲਸੇ ਦਾ ਕੰਮ ਨਹੀਂ ਜੰਗ ਦੇ ਮੈਦਾਨ ਵਿੱਚ ਪਿੱਠ ਵਿਖਾ ਕੇ ਭੱਜ ਜਾਵੇ। ਖਾਲਸਾ ਤੇ ਰੋਜ਼ ਪੜਦਾ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੈ ਦਵਾਰ। ਅੱਜ ਸਾਹਮਣੇ ਗੁਰੂ ਕਲਗੀਆਂ ਵਾਲੇ ਨੇ ਪਰਖ ਦਾ ਪਰਚਾ ਪਾਇਆ, ਵੈਰੀ ਚੜ ਕੇ ਆ ਰਿਹਾ, ਆਪਣੀਆਂ ਛਾਤੀਆਂ ਵਿੱਚ ਤੀਰ ਤਾਂ ਖਾ ਲਵਾਂਗੇ ਪਰ ਜੰਗ ਦੇ ਮੈਦਾਨ ਨੂੰ ਪਿੱਠ ਵਿਖਾ ਕੇ ਨਹੀਂ ਭੱਜਾਂਗੇ। ਉਸ ਸਮੇਂ ਕਹਿੰਦੇ ਵਹੀਰ ਦੇ ਵਿੱਚ ਨਾ ਬੀਬੀਆਂ ਵੀ ਰਹਿੰਦੀਆਂ ਸਨ, ਬੱਚੇ ਵੀ ਰਹਿੰਦੇ ਸਨ, ਬਜ਼ੁਰਗ ਵੀ ਰਹਿੰਦੇ ਸਨ, ਕਿਉਂਕਿ ਦੋ ਦਲ ਸਨ, ਇੱਕ ਸੀ ਬੁੱਢਾ ਦਲ ਤੇ ਦੂਸਰੇ ਤਰਨਾ ਦਲ। ਬੁੱਢਾ ਦਲ ਨੂੰ ਬਾਬਾ ਬੁੱਢਾ ਸਾਹਿਬ ਦੇ ਨਾਮ ਤੇ ਨਿਯੁਕਤ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੇ ਨਾਲ,
ਤੇ ਤਰਨਾ ਦਲ ਨਵਾਬ ਬਾਬਾ ਕਪੂਰ ਸਿੰਘ ਜੀ ਨੇ ਨਿਯੁਕਤ ਕੀਤੇ, ਜੋ ਅੰਮ੍ਰਿਤਸਰ ਦੀ ਧਰਤੀ ਤੇ 5 ਸਰੋਵਰ ਸਨ, ਉੱਥੇ ਇਹਨਾਂ ਦਾ ਉਤਾਰਾ ਕੀਤਾ ਗਿਆ। ਇਸ ਕਰਕੇ ਬੁੱਢਾ ਦਲ ਦੀ ਅਗਵਾਈ ਵਿੱਚ ਹੀ ਸਾਰੇ ਪਰਿਵਾਰ ਬੱਚੇ ਇਹ ਰਿਹਾ ਕਰਦੇ ਸਨ। ਜਦੋਂ ਕਿਤੇ ਹਮਲਾ ਹੋਣਾ ਤੇ ਦਲ ਪੰਥ ਦੇ ਸਿੰਘਾਂ ਨੇ ਉਹਨਾਂ ਪਰਿਵਾਰਾਂ ਦੀ ਫਿਰ ਰੱਖਿਆ ਕਰਿਆ ਕਰਨੀ। ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ, ਭਾਈ ਨੌਧ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਪੜਦਾਦਾ, ਬਾਬਾ ਚੜ੍ਹਤ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ, ਇਹ ਵੀ ਵਹੀਰ ਵਿੱਚ ਸਨ। ਡੱਲੇ ਵਾਲੀਆਂ ਮਿਸਲ ਦੇ ਸਰਦਾਰ ਇਹ ਵੀ ਉਸ ਸਮੇਂ ਮਿਸਲਾਂ ਦੇ ਵਿੱਚ ਸਨ। ਕਹਿੰਦੇ ਬਾਬਾ ਜੱਸਾ ਸਿੰਘ ਆਲੂ ਵਾਲੀਆਂ ਨੂੰ ਕਿ ਬੀਬੀਆਂ ਦੀ ਬੱਚਿਆਂ ਦੀ ਰਾਖੀ ਵਾਸਤੇ ਨੀਤੀ ਕੀ ਬਣਾਈ ਜਾਵੇ। ਕਹਿੰਦੇ ਉਸ ਸਮੇਂ ਫਿਰ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੇ ਕਾਹਨੂੰਵਾਨ ਦੇ ਛੰਭ ਦੇ ਵਿੱਚ ਖਾਲਸਾ ਜੀ ਚੱਕਰੀ ਨੀਤੀ ਬਣਾਈ। ਆ ਦੀਵਾਲੀ ਦੇ ਵਿੱਚ ਜਦੋਂ ਨਿਆਣੇ ਪਟਾਕੇ ਚਲਾਉਂਦੇ ਆ, ਚੱਕਰੀ ਘਮਾਉਂਦੇ ਆ, ਉਹ ਚੱਕਰੀ ਜਦੋਂ ਘੁੰਮਦੀ ਹੈ ਉਹਦੇ ਚਾਰੇ ਪਾਸੇ ਫਿਰ ਘੁੰਮਣ ਘੇਰੀ ਦੀ ਤਰ੍ਹਾਂ ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ। ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂ ਵਾਲੀਆ ਕਹਿਣ ਲੱਗੇ ਕਿ ਜਿਹੜੇ ਤਾਂ ਲੜ ਸਕਦੇ ਨੇ, ਜਿਹੜੇ ਤੇਗਾਂ ਵਾਹ ਸਕਦੇ ਨੇ, ਉਹ ਆਪਣੀਆਂ ਤੇਗਾਂ ਮਿਆਨ ਵਿੱਚੋਂ ਕੱਢ ਲੈਣ, ਬੀਬੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਵਿੱਚ ਰੱਖ ਲੈਣ, ਵਿੱਚ ਕਰ ਦੇਣ ਤੇ ਬੀਬੀਆਂ ਬੱਚਿਆਂ ਦੇ ਆਲੇ ਦੁਆਲੇ ਇੱਕ ਘੁੰਮਣ ਘੇਰੀ, ਇੱਕ ਚੱਕਰੀ ਬਣਾ ਲੈਣ। ਚੱਕਰੀ ਬਣਾਉਣ, ਜਿਸ ਤਰ੍ਹਾਂ ਚੱਕਰੀ ਦੇ ਆਲੇ ਦੁਆਲੇ ਅੱਗ ਦੀਆਂ ਚੰਗਾੜੀਆਂ ਲਗਾਤਾਰ ਨਿਕਲਦੀਆਂ, ਬਸ ਉਸੇ ਤਰ੍ਹਾਂ ਖਾਲਸਾ ਬੀਬੀਆਂ ਬੱਚਿਆਂ ਦੇ ਆਲੇ ਦੁਆਲੇ ਚੱਕਰੀ ਬਣਾ ਲਵੇ ਤੇ ਆਪਣੀਆਂ ਤੇਗਾਂ ਅੱਗ ਦੀਆਂ ਚੰਗਿਆੜੀਆਂ ਤੋਂ ਵੀ ਤੇਜ਼ ਰਫ਼ਤਾਰ ਦੇ ਵਿੱਚ ਚਲਾ ਕਰਕੇ ਹਕੂਮਤ ਦੀਆਂ ਫੌਜਾਂ ਨੂੰ ਢਹਿ ਢੇਰੀ ਕਰ ਦੇਵੇ। ਕਹਿੰਦੇ ਫਿਰ ਬੀਬੀਆਂ ਬੱਚਿਆਂ ਨੂੰ ਬਿਲਕੁਲ ਵਿਚਕਾਰ ਰੱਖਿਆ, ਸਿੰਘਾਂ ਨੇ ਚੱਕਰੀ ਬਣਾਈ। ਵੇਖੋ ਖਾਲਸਾ ਜੀ, ਸਾਡੇ ਬਜ਼ੁਰਗ, ਉਹਨਾਂ ਦੇ ਜਜ਼ਬੇ ਕੈਸੇ ਮਹਾਨ ਹੋਣਗੇ ਕਿ ਚੱਕਰ ਘੇਰੀ ਦੇ ਵਿੱਚ ਉਹਨਾਂ ਨੇ ਤੇਗਾਂ ਕੱਢੀਆਂ। ਇਹ ਨਹੀਂ ਵੀ ਇੱਕ ਨੂੰ ਮਾਰਿਆ ਤੇ ਸਾਹ ਲੈ ਲਿਆ, ਦੂਸਰੇ ਨੂੰ ਮਾਰਿਆ ਤੇ ਸਾਹ ਲੈ ਰਿਹਾ, ਲਗਾਤਾਰ ਹਮਲਾ ਹੋ ਰਿਹਾ ਹੈ। ਕਹਿੰਦੇ ਲਗਾਤਾਰ ਤੇਗਾਂ ਚੱਲ ਰਹੀਆਂ। ਕੋਈ ਵਿਅਕਤੀ 2 ਮਿੰਟ ਬਿਨਾਂ ਹੱਥ ਵਿੱਚ ਸ਼ਸਤਰ ਪਕੜੇ ਵੀ ਘੁੰਮ ਲਵੇ, ਚੱਕਰ ਕੱਟ ਲਵੇ, ਉਹਨੂੰ ਚੱਕਰ ਆ ਜਾਂਦੇ ਆ, ਕਵੇਗਾ ਮੈਨੂੰ ਬੈਠਣ ਵਾਸਤੇ ਥਾਂ ਦੇ ਦਿਓ। 2 ਮਿੰਟ ਲਗਾਤਾਰ ਘੁੰਮਿਆ ਹਾਂ, ਦਿਮਾਗ ਘੁੰਮ ਗਿਆ। ਪਰ ਕੈਸੇ ਮਹਾਨ ਯੋਧੇ ਖਾਲਸੇ ਪੰਥ ਵਿੱਚ ਜਨਮ ਲੈ ਕਰਕੇ ਆਏ ਕਿ ਹੱਥਾਂ ਵਿੱਚ ਤੇਗਾਂ ਪਕੜ ਕੇ ਲਗਾਤਾਰ ਚੱਕਰ ਕੱਟ ਰਿਹਾ, ਪਰ ਕਿਸੇ ਨੇ ਵੀ ਇੱਕ ਪਲ ਵੀ ਆਰਾਮ ਨਹੀਂ ਕੀਤਾ। ਲਗਾਤਾਰ ਵੈਰੀ ਦੀਆਂ ਫੌਜਾਂ ਦਾ ਨਾਸ ਪਏ ਕਰਦੇ ਆ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਦੀਆਂ ਫੌਜਾਂ ਨੂੰ ਮਾਰਦੇ ਮਾਰਦੇ ਉਹਨਾਂ ਦੀਆਂ ਤੇਗਾਂ ਵੀ ਖੁੰਡੀਆਂ। ਅਖੀਰ ਗੁਰੂ ਕਿਆਂ ਸਿੰਘਾਂ ਨੇ ਨੇਜਿਆਂ ਦੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਪਰ ਵੇਖੋ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਖਾਲਸਾ ਜੀ, ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਨੇ ਇੱਕ ਹੋਰ ਨੀਤੀ ਬਣਾਈ। ਇੱਕ ਸੀ ਚੱਕਰ ਨੀਤੀ, ਇੱਕ ਬਣਾਈ ਤ੍ਰਿਕੋਣੀ ਨੀਤੀ। ਤ੍ਰਿਕੋਣੀ ਤੋਂ ਭਾਵ ਮੈਂ ਸਿੱਧੀ ਭਾਸ਼ਾ ਚ ਵਰਤਾਂ, ਜਿਸ ਤਰ੍ਹਾਂ ਟ੍ਰਾਈਐਂਗਲ ਹੁੰਦਾ ਹੈ, ਬਾਬਾ ਜੱਸਾ ਸਿੰਘ ਨੇ ਕਿਹਾ ਚੱਕਰ ਨੀਤੀ ਦੇ ਸਾਹਮਣੇ ਵਾਲੇ ਪਾਸੇ ਇੱਕ ਤ੍ਰਿਕੋਣੀ ਨੀਤੀ ਬਣਾਈ ਜਾਵੇ। ਤ੍ਰਿਕੋਣੀ ਨੀਤੀ ਇਸ ਕਰਕੇ ਜਿਹੜੀ ਤੀਰ ਦੀ ਤਰ੍ਹਾਂ ਦੁਸ਼ਮਣ ਦੀਆਂ ਫੌਜਾਂ ਨੂੰ ਪਾੜਦੀ ਲੰਘ ਜਾਵੇ। ਕਹਿੰਦੇ ਤ੍ਰਿਕੋਣੀ ਨੀਤੀ ਬਣਾਈ। ਹੁਣ ਭਾਈ ਸੁੱਖਾ ਸਿੰਘ ਹੋਣਾ ਪੁੱਛਿਆ ਵੀ ਤ੍ਰਿਕੋਣੀ ਨੀਤੀ ਦੇ ਵਿੱਚ ਸਾਹਮਣੇ ਵਾਲੇ ਪਾਸੇ ਪੰਥ ਦੇ ਬਿਲਕੁਲ ਸਾਹਮਣੇ ਆਪਣੀ ਛਾਤੀ ਢਾ ਕੇ ਕੌਣ ਖੜੇਗਾ? ਬਾਬਾ ਜੱਸਾ ਸਿੰਘ ਆਲੂ ਵਾਲੀਆ ਕਹਿਣ ਲੱਗੇ ਪੰਥ ਨੇ ਮੈਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਹੈ, ਮੈਨੂੰ ਜਥੇਦਾਰ ਨਿਯੁਕਤ ਕੀਤਾ ਹੈ ਤੇ ਮੈਂ ਜਥੇਦਾਰ ਅਹੁਦਿਆਂ ਤੇ ਬੈਠਣ ਵਾਸਤੇ ਨਹੀਂ ਬਣਿਆ, ਮੈਂ ਪੰਥ ਦਾ ਜਥੇਦਾਰ ਛਾਤੀ ਵਿੱਚ ਤੀਰ ਖਾਣ ਵਾਸਤੇ ਬਣਿਆ। ਬਾਬਾ ਜੱਸਾ ਸਿੰਘ ਆਲੂ ਵਾਲੀਆ ਕਹਿੰਦੇ ਤ੍ਰਿਕੋਣੀ ਨੀਤੀ ਵਿੱਚ ਸਭ ਤੋਂ ਅੱਗੇ ਪੰਥ ਦਾ ਦਾਸ ਜੱਸਾ ਸਿੰਘ ਆਲੂ ਵਾਲੀਆ ਅਗਵਾਈ ਕਰੇਗਾ। ਹੁਣ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਵੀ ਲੜਦੇ ਪਏ ਆ। ਸਮਾਂ ਆਇਆ, ਲਖਪਤ ਰਾਏ ਨਜ਼ਰ ਆਇਆ, ਕਹਿੰਦੇ ਸੁੱਖਾ ਸਿੰਘ ਨਾ ਟਰਿਓ, ਕਰੀ ਉਸ ਪਰ ਦੌੜ, ਜੰਬੂਰੇ ਤੋਪ ਗੋਲਾ ਲੱਗਿਓ, ਦਈ ਤਿਸ ਟਾਂਗ ਤੋੜ। ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਲਖਪਤ ਰਾਏ ਵੱਲ ਵਧੇ। ਕਹਿੰਦੇ ਅਚਾਨਕ ਇੱਕ ਤੋਪ ਦਾ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ਤੇ ਆ ਕੇ ਵੱਜਿਆ ਤੇ ਗੋਡੇ ਤੋਂ ਥੱਲੇ ਵਾਲੀ ਜਿੰਨੀ ਲੱਤ ਸੀ
ਤੋਪ ਦੇ ਗੋਲੇ ਦੇ ਕਾਰਨ ਉਹ ਲੱਤ ਸਰੀਰ ਤੋਂ ਵੱਖਰੀ ਹੋ ਗਈ ਤੇ ਜਿਹੜੇ ਘੋੜੇ ਤੇ ਸਵਾਰ ਸਨ ਉਸ ਘੋੜੇ ਦੇ ਵੀ ਟੁਕੜੇ ਟੁਕੜੇ ਹੋ ਗਏ। ਪਰ ਵੇਖੋ ਭਾਈ ਸੁੱਖਾ ਸਿੰਘ ਜਦੋਂ ਜ਼ਮੀਨ ਤੇ ਗਿਰੇ, ਹੋਸ਼ ਆਈ। ਹੋਸ਼ ਆਉਣ ਤੋਂ ਬਾਅਦ ਇਹ ਨਹੀਂ ਕਿਹਾ ਮੇਰੀ ਲੱਤ ਸਰੀਰ ਤੋਂ ਵੱਖਰੀ ਹੋ ਗਈ ਹੈ, ਮੈਨੂੰ ਕਿਤੇ ਆਰਾਮਦਾਇਕ ਥਾਂ ਤੇ ਭੇਜਿਆ ਜਾਵੇ। ਪਹਿਲਾ ਬਚਨ ਤੇ ਭਾਈ ਸੁੱਖਾ ਸਿੰਘ ਨੇ ਪੁੱਛਿਆ ਮੇਰਾ ਘੋੜਾ ਠੀਕ ਹੈ? ਘੋੜੇ ਨੂੰ ਗੁਰੂ ਕੇ ਨਿਹੰਗ ਸਿੰਘ ਜਾਨ ਭਾਈ ਕਹਿੰਦੇ ਆ। ਸਿੰਘ ਕਹਿਣ ਲੱਗੇ ਜੀ ਘੋੜਾ ਤਾਂ ਸ਼ਹਾਦਤ ਪਾ ਗਿਆ। ਭਾਈ ਸੁੱਖਾ ਸਿੰਘ ਕਹਿੰਦਾ ਮੇਰੀ ਤੇਗ ਪਕੜਾਓ, ਦੂਸਰਾ ਘੋੜਾ ਤਿਆਰ ਕੀਤਾ ਜਾਵੇ। ਜਿੱਥੋਂ ਲੱਤ ਵੱਖਰੀ ਹੋਈ ਸੀ ਉੱਥੇ ਭਾਈ ਸੁੱਖਾ ਸਿੰਘ ਨੇ ਆਪਣਾ ਹਜੂਰੀਆ ਬੰਨ ਲਿਆ। ਅੱਜ ਕਿਤੇ ਕੰਡਾ ਲੱਗ ਜਾਵੇ, ਅੱਜ ਕਿਤੇ ਮਾੜਾ ਜਿਹਾ ਦੁੱਖ ਆ ਜਾਵੇ, ਲੋਕ ਕਹਿੰਦੇ ਆ ਗੁਰੂ ਘਰ ਜਾ ਕੇ ਕੀ ਮਿਲੇਗਾ। ਸਿੱਖਾਂ ਦਾ ਬੰਦ ਵੀ ਕੱਟਿਆ ਗਿਆ ਪਰ ਉਹਨਾਂ ਗੁਰੂ ਨਾਨਕ ਦੇ ਘਰ ਦਾ ਬੂਹਾ ਨਹੀਂ ਛੱਡਿਆ। ਖਾਲਸਾ ਜੀ, ਭਾਈ ਸੁੱਖਾ ਸਿੰਘ ਨੇ ਕਿਹਾ ਘੋੜਾ ਲਿਆਂਦਾ ਜਾਵੇ। ਘੋੜੇ ਦੇ ਉੱਤੇ ਇੱਕ ਹੋਰ ਸਿੰਘ ਨੂੰ ਤਿਆਰ ਕਰਕੇ ਬਿਠਾਇਆ। ਭਾਈ ਸੁੱਖਾ ਸਿੰਘ ਨੂੰ ਅਗਲੇ ਪਾਸੇ ਬਿਠਾਇਆ। ਦੋਵੇਂ ਸਿੰਘਾਂ ਨੂੰ ਕਹਿੰਦੇ ਇੱਕ ਸਿੱਖ ਨੇ ਆਪਣਾ ਕਮਰ ਕੱਸਾ ਖੋਲ ਕੇ ਦੋਵੇਂ ਸਿੰਘਾਂ ਨੂੰ ਆਪਸ ਵਿੱਚ ਬੰਨ੍ਹ ਦਿੱਤਾ ਕਿ ਸੁੱਖਾ ਸਿੰਘ ਘੋੜੇ ਤੋਂ ਹੇਠਾਂ ਨਾ ਗਿਰ ਜਾਵੇ। ਅਖੀਰ ਫਿਰ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਲਗਾਤਾਰ ਜੰਗ ਕਰਦਾ ਕਰਦਾ ਸਮਾਂ ਆਇਆ ਲਖਪਤ ਰਾਏ ਦੇ ਪੁੱਤਰ ਦਾ ਵੱਧ ਕਰ ਦਿੱਤਾ। ਲਖਪਤ ਰਾਏ ਦੇ ਜਿਹੜਾ ਲਖਪਤ ਰਾਏ ਇਹ ਗੱਲ ਕਹਿੰਦਾ ਸੀ ਕਿ ਗੁਰੂ ਨਾਨਕ ਖੱਤਰੀ ਨੇ ਪੰਥ ਚਲਾਇਆ ਸੀ, ਮੈਂ ਵੀ ਖੱਤਰੀਆਂ ਪੰਥ ਦਾ ਨਾਮੋ ਨਿਸ਼ਾਨ ਮਿਟਾਵਾਂਗਾ। ਭਾਈ ਸੁੱਖਾ ਸਿੰਘ ਬਾਬੇ ਜੱਸਾ ਸਿੰਘ ਦੀ ਤੇਗਾਂ ਨੇ ਦੱਸ ਦਿੱਤਾ ਕਿ ਇਹ ਕਲਗੀਆਂ ਵਾਲੇ ਦਾ ਸਾਜਿਆ ਪੰਥ ਹੈ, ਇਹ ਪੰਥ ਨੂੰ ਮਕਾਉਣ ਵਾਲੇ ਮੁੱਕ ਜਾਣਗੇ ਪਰ ਪੰਥ ਦੇ ਨਿਸ਼ਾਨ ਸਦਾ ਦੁਨੀਆ ਵਿੱਚ ਝੁਲਦੇ ਰਹਿਣਗੇ। ਖਾਲਸਾ ਜੀ, ਇਹ ਕਾਰਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਤੋਂ ਬਾਹਰ ਬਾਬਾ ਅਜੀਤ ਸਿੰਘ ਨੂੰ ਭੇਜਿਆ ਸੀ ਨਾ, ਇੱਕ ਗੱਲ ਕਹੀ ਸੀ, ਅਜੀਤ ਸਿੰਘ ਆਪਣਾ ਮੁਖੜਾ ਵਿਖਾਈ ਜਦੋਂ ਛਾਤੀ ਵਿੱਚ ਤੀਰ ਵੱਜਣ। ਬਾਬਾ ਜੀ ਨੇ ਕਿਹਾ ਕਿਉਂ ਜੀ ਪੁੱਤਰ ਦਾ ਮੋਹ ਜਾਗਿਆ? ਕਹਿੰਦੇ ਮੋਹ ਨਹੀਂ, ਜਦੋਂ ਤੇਰੀ ਛਾਤੀ ਵਿੱਚ ਤੀਰ ਵੱਜਣਗੇ ਮੈਂ ਤੀਰਾਂ ਦੀ ਗਿਣਤੀ ਕਰਾਂਗਾ ਤੇ ਚੇਤੇ ਰੱਖੀ ਜਿੰਨੇ ਵੱਧ ਤੀਰ ਤੇਰੀ ਛਾਤੀ ਵਿੱਚ ਵੱਜਣਗੇ ਸਿੱਖੀ ਦਾ ਨਿਸ਼ਾਨ ਓਨਾ ਉੱਚਾ ਆਕਾਸ਼ ਵਿੱਚ ਸਦਾ ਹੀ ਝੁਲਦਾ ਰਹੇਗਾ। ਖਾਲਸਾ ਜੀ, ਇਹ ਕਾਰਨ ਹੈ ਪੰਥ ਨਹੀਂ ਮੁੱਕਦਾ। ਲਖਪਤ ਰਾਏ ਦਾ ਪੁੱਤਰ ਮਾਰਿਆ ਗਿਆ। ਹੁਣ ਬਾਬਾ ਜੱਸਾ ਸਿੰਘ ਆਹਲੂਵਾਲੀਆ ਘੋੜੇ ਤੇ ਸਵਾਰ ਉਸ ਮੈਦਾਨ ਦੇ ਵਿੱਚ ਸਦਾ ਪੰਥ ਦੀ ਅਗਵਾਈ ਕਰ ਰਹੇ। ਕਹਿੰਦੇ ਪੰਥ ਨੂੰ ਨਾ ਥੋੜਾ ਜਿਹਾ ਸਾਹ ਆਇਆ ਤੇ ਵੇਖੋ ਪੰਥ ਦਾ ਜਥੇਦਾਰ ਪਹਿਲਾਂ ਤੇ ਤੇਗਾਂ ਵਾਹ ਰਿਹਾ, ਫਿਰ ਵੇਖਿਆ ਬੀਬੀਆਂ ਬੱਚੇ ਭੁੱਖੇ ਨੇ। ਬਾਬਾ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗੇ ਰੇਤ ਗਰਮ ਹੈ, ਆਪਣੀਆਂ ਢਾਲਾਂ ਮੁੱਦੀਆਂ ਮਾਰ ਦੋ। ਆ ਪੰਥ ਦਾ ਦਾਸ ਹੁਣ ਪੰਥ ਵਾਸਤੇ ਪ੍ਰਸ਼ਾਦਿਆਂ ਦੀ ਸੇਵਾ ਕਰੇਗਾ। ਇਹ ਹੈ ਪੰਥ ਦੀ ਜਥੇਦਾਰੀ, ਇਹ ਹੈ ਪੰਥ ਦੀ ਮੁਖਤਿਆਰੀ, ਇਹ ਹੈ ਪੰਥ ਦੀ ਪ੍ਰਧਾਨਗੀ। ਪੰਥ ਦੀ ਅਹੁਦੇਦਾਰੀ ਕਮਰਿਆਂ 'ਚ ਬਹਿ ਕੇ ਨਹੀਂ ਹੁੰਦੀ, ਪੰਥ ਦੀ ਜਥੇਦਾਰੀ ਪੰਥ ਦੇ ਜੋੜੇ ਝਾੜ ਕੇ ਹੁੰਦੀ ਹੈ। ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਢਾਲੇ ਮੁੱਦੇ ਪਵਾਏ, ਕਹਿੰਦੇ ਪ੍ਰਸ਼ਾਦੇ ਬਣਾਉਣ ਲੱਗੇ। ਪ੍ਰਸ਼ਾਦੇ ਤਾਂ ਕੀ ਬਣਨੇ ਸਨ, ਨਾਰਖਾਂ ਆਪਣੀਆਂ ਫੌਜਾਂ ਚੜ ਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਉੱਤੇ ਗੋਲੀਆਂ ਦੇ ਨਾਲ ਵਾਰ ਕਰਦਾ। ਢਾਲਾਂ ਉੱਥੇ ਹੀ ਰਹਿ ਗਈਆਂ। ਇੱਕ ਗੋਲੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਪੱਟ ਤੇ ਵੱਜ ਗਈ। ਖਾਲਸਾ ਜੀ, ਬਾਬਾ ਜੱਸਾ ਸਿੰਘ ਆਹਲੂਵਾਲੀਏ ਦੇ ਪੱਟ ਤੇ ਗੋਲੀ ਲੱਗੀ ਨਾ, ਕਹਿੰਦੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਰੱਤੀ ਮਾਤਰ ਵੀ ਸਿੰਘਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਪੱਟ ਤੇ ਗੋਲੀ ਲੱਗੀ ਹੈ। ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਦੇ ਨਾਲ ਕਿਹਾ ਸਿੰਘੋ ਕਲਗੀਆਂ ਵਾਲੇ ਦੀ ਕਿਰਪਾ ਵਰਤ ਰਹੀ ਹੈ, ਦੁਸ਼ਮਣ ਚੜ ਕੇ ਆ ਰਿਹਾ ਹੈ, ਸ਼ਹਾਦਤਾਂ ਪਾਉਣ ਦਾ ਸਮਾਂ, ਚਲੋ ਤਿਆਰ ਬਰ ਤਿਆਰ ਹੋ ਕੇ ਜੰਗ ਕਰੀਏ। ਕਹਿੰਦੇ ਉੱਥੇ ਫਿਰ ਜੰਗ ਕਰਨ ਲਈ ਤਿਆਰ ਹੋ ਗਏ। ਇਤਿਹਾਸ ਕਹਿੰਦਾ ਜਿਵੇਂ ਕਿਸੇ ਨੇ ਲਾਲ ਰੰਗ ਦਾ ਚੋਲਾ ਪਾਇਆ ਹੋਵੇ, ਜਿਸ ਤਰ੍ਹਾਂ ਉਹਦਾ ਸਰੀਰ ਨਜ਼ਰ ਆਉਂਦਾ ਹੈ ਉਸੇ ਤਰ੍ਹਾਂ ਛੋਟੇ ਘੱਲੂ ਘਾਰੇ ਵਿੱਚ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਏ ਦਾ ਸਰੀਰ ਨਜ਼ਰ ਆ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਾਬਾ ਜੱਸਾ ਸਿੰਘ ਦੇ ਸਰੀਰ ਨੂੰ ਕਿਸੇ ਨੇ ਸਾਰੇ ਸਰੀਰ ਨੂੰ ਲਾਲ ਰੰਗ ਦੇ ਨਾਲ ਰੰਗ ਦਿੱਤਾ ਹੋਵੇ। ਅਖੀਰ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ, ਕਿਉਂਕਿ ਕੜਾਕੇ ਬਹੁਤ ਸਨ। ਬਿਨ ਬਸਤਰ ਤਨ ਧੂਪ ਸੋ ਸਾੜੇ, ਬਿਨ ਦਾਣੇ ਘੋੜੇ ਹੋਏ ਮਾੜੇ। ਕਹਿੰਦੇ ਘੋੜੇ ਵੀ ਬਿਨਾ ਦਾਣਿਆਂ ਤੋਂ ਬਹੁਤੇ ਤੇਜ਼ ਨਹੀਂ ਸਨ ਚੱਲ ਰਹੇ, ਵਸਤਰ ਵੀ ਸਰੀਰ ਤੇ ਨਹੀਂ ਸਨ, ਚਾਦਰਾਂ ਹੀ ਲਪੇਟੀਆਂ ਸਨ,
गर्मी अंतां दी पै रही सी, पंथ दे जथेदार दा शरीर भी तप रहा सी, पर उदों भी पंथ नूं छड्ड के, पंथ नूं पिठ विखा के नहीं भज्जिया। पंथ दे जथेदार ने अगे होके तेगां वाइयां, नारखां चढ़ के आया। नारखां उच्ची उच्ची हस के कहण लगा, पंथ दे जथेदार नूं खुरा खोज मटावांगा तुहाडा। ते बाबा जस्सा सिंह वालू वालिया ने गरजवी आवाज विच जकारा गजा के नारखां दी कद्दू वर्गी धौण उत्थे कानूवान दे छंभ दे विच इस तरह ला दित्ती जिवें कद्दू ला के एक पासे तरीदा है। सो खालसा जी, ऐसे तशद्दद दे विच अज दे दिन सिंघां ने अपनी सिੱਖੀ निभाई। पर मैं एक बेनती करा, अज दे दिन किते एक जां दो नहीं शहीद होए। अज दे दिन 30,000 गुरु के सिखां ने शहादतां पाईयां। पर मैं बेनतियां करा कि इन्नियां शहादतां तो बाद, इन्ने तसीहियां तो बाद भी साडे सिखां ने सिੱਖੀ नहीं छड्डी। उन्हां सिੱਖੀ केसां सवासां नाल निभाई। तां ही आपां रोज उन्हां दी कमाई दा ध्यान धर के बोलदे हां, श्री वाहिगुरू। सो ऐसे पूर्वजां नूं सिंह साहिब बाबा जस्सा सिंह आहलूवालिया, भाई सुखा सिंह माड़ी कंबो के, डल्ले वालिया मिसल दे सरदार, जिन्हां ने भी छोटे घल्लू घारे विच शहादतां पाईयां, उन्हां बजुर्ग जरनैलां नूं सदा नमस्कार है, जिन्हां सिੱਖੀ वास्ते अपने शरीर दा लहू डोलिया है। सो सतगुर किरपा करन अपने बच्चियां नूं ऐसे महान जरनैलां दा, इन्हां पंथ दे जथेदारां दा इतिहास जरूर पढ़ाइए, तां जो साडे बच्चियां नूं इह पता लगे कि असीं किन्हां दी विरासत तो तालुकात रखदे हां। सो सतगुर किरपा करन। आओ जो शब्द दी विचार करन वास्ते सतगुरु ने समा बख्शिया है, वो विचार आरंभीए। पर अज दा इतिहास दसना बहुत जरूरी सी। कई बार यह भुलेखा पै जांदा हुकूमतां नूं कि शायद एक अद्धी हनेरी दे नाल खालसा मुक जावेगा। ये तां झक्खड़ तूफानां दे विच भी खालसा नहीं मुकदा। कई बार ये भी पुछ लेंदे लोग कि इन्हां दमाले वालियां, निहंग सिंघां, बुढ़े दल ने की कीता। जिन्नियां भी शहादतां होईयां घल्लू घारियां विच इन्हां नीले चोले पाउण वालियां, दमाले वालियां, निहंग सिंघां नहीं पाईयां। सो सतगुर किरपा करन। आओ एक बार रसना पवित्र करिए, शब्द ही विचार आरंभीए। दोवें हाथ जोड़ के उच्चारण करो, सतनाम श्री वाहिगुरु साहिब जी। सतगुरु की किरपा दे नाल माझ की वार दी विचार चल रही है। अज दे पावन शब्द विच सतगुरु ने बड़ी चोट लाई जी। सब तो पहली चोट उन्हां जोगियां ते उन्हां साधां ते लाई जिन्हां नूं करामातां ते माण हुंदा है, ਜਿਹੜੇ करामातां विखा के लोकां नूं मगर लाउंदे आ। सतगुरु गुरु नानक साहब महाराज बचन करते ने, सलोक महला पहला, पहरा अगन हिवै घर बादा, भोजन सार कराई, सगले दुख पानी कर पीवा, धरती हाक चलाई। गुरु नानक साहब जी नूं जदों सिद्ध मिले ने, जोगी मिले ने, खालसा जी इन्हां जोगियां सिद्धां ने महाराज नूं करामातां विखाईयां ते गुरु नानक साहब महाराज ने इन्हां नूं इह चोट मारी भी तुहाडीआं करामातां दे नाल परमात्मा दी प्राप्ति नहीं होनी, रब दी प्राप्ति नहीं होनी। तुसीं नानक मते दी धरती ते जाओ ते उत्थे ओह जिहड़ा नानक सागर है, वो किड्डी वड्डी बाबे नानक दी प्रतख कला वरती भी सिद्धां ने कहा जल छकना, पर जल नूं परबतां दे पारले पासे ही रोक दिता, बन दिता। इन्हां नूं इह सी जल ना आवेगा, गुरु नानक जल ना छका सकेगा। बाबा कहंदा लंगर दे विच हर एक नूं हर एक चीज मिलदी है। जे बाबे नानक दे लंगर विच किते जल ही ना मिलिया, असीं कवांगे बाबे दा लंगर ते मस्ताना हो गया। पर मैं बेनती करदा हुन्ना, दुनिया दियां ताकतां, सरकारां, हुकूमतां दे, देशां दे खजाने तां खाली हो सकदे आ, पर जेड़ा बाबे नानक दे लंगर दा खजाना है, दुनिया दे खजाने मुक जाण, बाबे दा लंगर कदे नहीं मुक सकदा। इहदे विच बाबे दी कला वरतदी है। गुरु नानक साहब ने भाई मरदाने नूं सलोतर दिता, कहंदे मरदानिया मूल मंत्र पढ़दा पढ़दा अगाह नूं आई जावीं, पिछां मुड़ के ना वेखी, जिथे तक तू आ गया चल के उत्थों तक जल प्रगट हो जाएगा। भाई मरदाना महाराज दे बचना दे नाल
ਪਰਬਤਾਂ ਤੋਂ ਨਾਨਕ ਮਤਾ ਸਾਹਿਬ ਦੇ ਪਾਵਨ ਅਸਥਾਨ ਵੱਲ ਨੂੰ ਤੁਰਦਾ ਆਇਆ। ਕਹਿੰਦੇ ਪਿੱਛੇ ਪਿੱਛੇ ਜਲ ਆ ਰਿਹਾ ਸੀ। ਅਖੀਰ ਜਿੱਥੇ ਭਾਈ ਮਰਦਾਨੇ ਨੇ ਪਿੱਛੇ ਮੁੜ ਕੇ ਵੇਖਿਆ, ਉੱਥੇ ਆ ਕਰਕੇ ਜਲ ਖੜਾ ਹੋ ਗਿਆ, ਰੁਕ ਗਿਆ। ਉੱਥੇ ਅੱਜ ਵੀ ਜਾ ਕਰਕੇ ਉਹਦੇ ਦਰਸ਼ਨ ਕਰ ਸਕਦੇ ਆ। ਸੋ ਸਤਿਗੁਰੂ ਕਹਿੰਦੇ ਜਿਹੜੀਆਂ ਕਰਾਮਾਤਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ ਨਾ, ਇਹ ਰੱਬ ਵਾਸਤੇ ਬਹੁਤ ਛੋਟੀਆਂ ਬਾਤਾਂ ਨੇ। ਗੁਰੂ ਨਾਨਕ ਸਾਹਿਬ ਨੂੰ ਇਹਨਾਂ ਨੇ ਕਿਹਾ ਸੀ ਤੁਹਾਨੂੰ ਅਸੀਂ ਹੋਰ ਕਰਾਮਾਤਾਂ ਦੇ ਦਿਆਂਗੇ। ਮਹਾਰਾਜ ਕਹਿੰਦੇ ਤੁਹਾਡੀਆਂ ਕਰਾਮਾਤਾਂ ਤਾਂ ਇੱਕ ਪਾਸੇ, ਸਿੱਧੋ ਚੇਤੇ ਰੱਖੋ ਪਹਿਰਾ ਅਗਨ ਹਿਵੈ ਘਰ ਬਾਧਾ। ਕਹਿੰਦੇ ਜੇ ਗੁਰੂ ਨਾਨਕ ਇਹ ਕਰਾਮਾਤ ਦਾ ਮਾਲਕ ਵੀ ਬਣ ਜਾਵੇ, ਵੀ ਅੱਗ ਦੇ ਵਿੱਚ ਚੌਂਕੜਾ ਲਾ ਕੇ ਬੈਠ ਜਾਵੇ, ਘਰ ਬਾਧਾ ਹਿਵੈ ਘਰ ਬਾਧਾ, ਹਵਾ ਦੇ ਵਿੱਚ ਘਰ ਬਣਾ ਲਵੇ, ਭੋਜਨ ਬਿਲਕੁਲ ਤੇ ਬਿਲਕੁਲ ਹਵਾ ਨੂੰ ਬਣਾ ਲਵੇ, ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਤੇ ਜਿੰਨੇ ਵੀ ਸਰੀਰਕ ਦੁੱਖ ਨੇ, ਇਹ ਬਾਬਾ ਨਾਨਕ ਉਹਨਾਂ ਸਰੀਰ ਦੇ ਦੁੱਖਾਂ ਨੂੰ ਪਾਣੀ ਦੇ ਘੁੱਟਾਂ ਦੀ ਤਰ੍ਹਾਂ ਪੀ ਜਾਵੇ ਤੇ ਧਰਤੀ ਦੇ ਹੁਕਮ ਵੀ ਚਲਾਣ ਲੱਗ ਜਾਵੇ। ਮਹਾਰਾਜ ਕਹਿੰਦੇ ਭਾਵੇਂ ਇੰਨੀਆਂ ਵੀ ਕਰਾਮਾਤਾਂ ਮੇਰੇ ਕੋਲ ਆ ਜਾਣ, ਪਰ ਜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਾ ਹੋਇਆ ਤੇ ਨਾਮ ਤੋਂ ਬਿਨਾ ਪ੍ਰਮਾਤਮਾ ਦੇ ਘਰ ਵਿੱਚ ਥਾਂ ਨਹੀਂ ਮਿਲਣੀ। ਇਸੇ ਕਰਕੇ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕਹਿੰਦੇ ਕੇਵਲ 1000 ਸਾਲ ਨਹੀਂ, ਕਈ ਯੁੱਗ ਮੇਰੀ ਆਰਜਾ ਹੋ ਜਾਵੇ। ਇੰਨੀ ਆਰਜਾ, ਇੰਨੀ ਉਮਰ ਤੋਂ ਬਾਅਦ ਨਵਾਂ ਖੰਡਾਂ ਵਿੱਚ ਜਾਣੀ ਹੈ, 9 ਖੰਡਾਂ ਵਿੱਚ ਮੈਨੂੰ ਜਾਣਿਆ ਜਾਵੇ। ਜਿੱਥੇ ਵੀ ਮੈਂ ਜਾਵਾਂ ਸਾਰੀ ਦੁਨੀਆ ਮੇਰੇ ਨਾਲ ਚੱਲਦੀ ਹੋਵੇ। ਮਹਾਰਾਜ ਕਹਿੰਦੇ ਬਹੁਤ ਸੋਹਣਾ ਨਾਮ ਰਖਾ ਕੇ ਮੈਂ ਆਪਣੀ ਜੈ ਜੈਕਾਰ ਵੀ ਕਰਵਾ ਲਵਾਂ, ਪਰ ਜੇ ਹਿਰਦੇ ਵਿੱਚ ਰੱਬ ਦਾ ਨਾਮ ਨਾ ਹੋਇਆ ਤੇ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲੇਗੀ। ਇਸ ਕਰਕੇ ਸਤਿਗੁਰੂ ਸਿੱਧਾ ਨੂੰ ਸਮਝਾਉਂਦੇ ਨੇ। ਅੱਗੇ ਮਹਾਰਾਜ ਕਹਿੰਦੇ ਕੇਵਲ ਇੰਨੀਆਂ ਹੀ ਕਰਾਮਾਤਾਂ ਨਹੀਂ, ਧਰ ਤਾਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, ਏ ਵਡ ਵਧਾ ਮਾਵਾ ਨਾਹੀ, ਸਭ ਸੈ ਨੱਥ ਚਲਾਈ। ਕਹਿੰਦੇ ਜੇ ਕਹੋ ਨਾ ਵੀ ਇਹ ਕਰਾਮਾਤ ਵੀ ਮਿਲ ਜਾਵੇ, ਵੀ ਜਿਹੜਾ ਆਕਾਸ਼, ਜਿਸ ਆਕਾਸ਼ ਨੂੰ ਕੋਈ ਮੁੱਠੀ ਵਿੱਚ ਬੰਦ ਨਹੀਂ ਕਰ ਸਕਦਾ, ਉਸ ਆਕਾਸ਼ ਨੂੰ ਮੈਂ ਇੱਕ ਤਕੜੀ ਦੇ ਉੱਤੇ 4 ਮਾਸਿਆਂ ਦੇ ਤੋਲੇ ਨਾਲ ਤੋਲ ਦਵਾਂ। ਆਕਾਸ਼ ਨੂੰ ਕੋਈ ਤਕੜੀ ਤੇ ਤੋਲ ਨਹੀਂ ਸਕਦਾ। ਮਹਾਰਾਜ ਕਹਿੰਦੇ ਜੇ ਇੰਨੀ ਤਾਕਤ ਵੀ ਮਿਲੇ ਵੀ ਮੈਂ ਆਕਾਸ਼ ਨੂੰ ਤਕੜੀ ਤੇ ਤੋਲ ਦਵਾਂ, ਏਵਡ ਵਧਾ ਮਾਵਾ ਨਾਹੀ, ਤੇ ਆਪਣੇ ਸਰੀਰ ਦਾ ਆਕਾਰ ਇੰਨਾ ਜ਼ਿਆਦਾ ਵਧਾ ਲਵਾਂ। ਜਿਵੇਂ ਆਪਾਂ ਵੇਖਦੇ ਹਾਂ ਇਤਿਹਾਸਕ ਘਟਨਾਵਾਂ ਦੇਵੀ ਦੇਵਤਿਆਂ ਦੀਆਂ, ਕਿ ਉਹ ਆਪਣਾ ਸਰੀਰ ਬਹੁਤ ਵਧਾ ਲੈਂਦੇ ਸਨ, ਆਕਾਰ ਤੇ ਛੋਟਾ ਵੀ ਕਰ ਲੈਂਦੇ ਸਨ। ਗੁਰੂ ਸਾਹਿਬ ਕਹਿੰਦੇ ਜੇ ਮੇਰੇ ਕੋਲ ਵੀ ਇਹ ਤਾਕਤ ਹੋਵੇ ਵੀ ਮੈਂ ਆਪਣਾ ਸਰੀਰ ਬਹੁਤ ਜ਼ਿਆਦਾ ਵਧਾ ਲਵਾਂ, ਇੰਨਾ ਜ਼ਿਆਦਾ ਵਧਾ ਲਵਾਂ ਵੀ ਕਿਤੇ ਸਮਾਇਆ ਹੀ ਨਾ ਜਾਵਾਂ, ਤੇ ਜਿੰਨੇ ਵੀ ਦੁਨੀਆ ਦੇ ਲੋਕ ਨੇ ਇਹਨਾਂ ਸਾਰਿਆਂ ਨੂੰ ਨੱਥ ਪਾ ਦੇਵਾਂ ਵੀ ਸਾਰੇ ਮੇਰੇ ਹੁਕਮ ਵਿੱਚ ਚੱਲਣ। ਮਹਾਰਾਜ ਕਹਿੰਦੇ ਭਾਵੇਂ ਇੰਨੀਆਂ ਤਾਕਤਾਂ ਵੀ ਆ ਜਾਣ, ਪਰ ਜੇ ਹਿਰਦੇ ਵਿੱਚ ਨਾਮ ਨਾ ਹੋਇਆ ਤੇ ਮੁਕਤੀ ਨਹੀਂ ਹੋਣੀ, ਅੰਦਰ ਦੀ ਭੁੱਖ ਨਹੀਂ ਦੂਰ ਹੋਣੀ, ਸਰੀਰ ਦੇ ਦੁੱਖ ਦੂਰ ਨਹੀਂ ਹੋਣੇ। ਕਰਾਮਾਤਾਂ ਦੇ ਨਾਲ ਰੱਬ ਨਹੀਂ ਮਿਲਦਾ, ਰੱਬ ਮਿਲਦਾ ਹੈ ਪ੍ਰੇਮ ਦੇ ਨਾਲ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰੂ ਕਹਿੰਦੇ ਏਤਾ ਤਾਣ ਹੋਵੈ ਮਨ ਅੰਦਰ, ਕਰੀ ਪੇ ਆਖ ਕਰਾਈ, ਜੇ ਵੱਡ ਸਾਹਿਬ ਤੇ ਵੱਡ ਦਾਤੀ, ਦੇ ਦੇ ਕਰੇ ਰਜਾਈ। ਮਹਾਰਾਜ ਕਹਿੰਦੇ ਏਤਾ ਤਾਣ, ਤਾਣ ਤੋਂ ਭਾਵ ਇਤਨੀ ਤਾਕਤ। ਕਹਿੰਦੇ ਮੇਰੇ ਮਨ ਵਿੱਚ ਜੇ ਇੰਨੀ ਤਾਕਤ ਹੋਵੇ ਕਿ ਮੈਂ ਜੋ ਕਿਸੇ ਨੂੰ ਬੋਲਾਂ ਉਹ ਕਰੇ। ਵੇਖੋ ਇਹ ਗੁਰੂ ਨਾਨਕ ਦੀ ਨਿਮਰਤਾ ਹੈ। ਗੁਰੂ ਨਾਨਕ ਸਾਹਿਬ ਇਹ ਸਾਰਾ ਕੁਝ ਕਰ ਸਕਦੇ ਆ, ਪਰ ਮਹਾਰਾਜ ਇਹਨਾਂ ਗੱਲਾਂ ਦਾ ਦਾਅਵਾ ਨਹੀਂ ਕਰਦੇ, ਮਹਾਰਾਜ ਆਪਣੀ ਨਿਮਰਤਾ ਵਿਖਾਉਂਦੇ ਆ। ਮੈਂ ਇੱਕ ਹੋਰ ਬੇਨਤੀ ਕਰਾਂ, ਤੁਸੀਂ ਜਪਜੀ ਸਾਹਿਬ ਕਰਦੇ ਹੋ, ਜਪਜੀ ਸਾਹਿਬ ਵਿੱਚ 3 ਪੌੜੀਆਂ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਪਹਿਲੀ ਪੌੜੀ ਇਹ ਹੈ। ਤੀਸਰੀ ਪੌੜੀ ਅਸੰਖ ਨਾਮ, ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਵੇਖੋ ਪਹਿਲੀ ਪੌੜੀ ਦੇ ਵਿੱਚ ਮਹਾਰਾਜ ਨੇ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਜ਼ਿਕਰ ਕੀਤਾ।
तीसरी पौड़ी विच महाराज ने परमात्मा दे नाम दा जिक्र किया कि विण नावै नाही को थाओ, नाम तो बिना कुछ भी नहीं। पर गुरु नानक दी निमरता किड्डी महान है। पहली पौड़ी विच नाम नू जपण वालियां बारे दस्सिया, तीसरी पौड़ी विच नाम बारे दस्सिया, ते जिहड़ी दूसरी पौड़ी है असंख मूर्ख अंध घोर असंख चोर हराम खोर, इहदे विच मूर्खां बारे पापियां बारे नीचां बारे दस्सिया। पर महाराज दी निमरता, जिथे जपण वालियां दा जिक्र है उत्थे गुरु नानक ने अपना नाम नहीं लिखिया, जिथे नाम दा जिक्र है उत्थे गुरु नानक ने अपना नाम नहीं लिखिया। जिस पौड़ी विच मूर्खां दा पापियां दा नीचां दा जिक्र सी उत्थे महाराज ने अपना नाम लिखिया। आम बंदा दुनियावी एक अद्धी ताकत होवे कापी ते अपना नाम लिखे बड़ा सवार के लिखदा है। इत्थे खंडा ब्रह्मंडां दे मालक ने निमरता दा पाठ पढ़ाया, अपना नाम भी लिखिया ते नाम दे नाल नीच शब्द वरत लिया, नानक नीच कहे विचार। ऐसा गुरु दुनिया ते कोई नहीं जो चाहे कर सकता है, पर फिर भी सिखां दे सामने सिख बन जाता है चेला। सो महाराज ये सारा कुछ कर सकते हैं, पर महाराज की निमरता है कि साध कै संग अजर जरै। खालसा जी महाराज कहते मैं जो कवां ओ लोक करन, इन्नी ताकत होवे। वेखो गुरु हरकृष्ण साहब के स्थानां ते भरदे आ हाजरियां, छज्जू चीवर गूंगा भी है बोला भी है। महाराज कह रहे भी मेरे कोल जे होवे, पर महाराज कोल तां ये ताकत है भी गुरु हरकृष्ण साहब छज्जू चीवर दे सिर ते छड़ी धरदे आ ते महाराज कहंदे आ कर भाई गीता दे अर्थ, ते छज्जू चीवर ओ अर्थ गीता दे कर जांदा जेड़े किसे टीके विच नहीं मिलदे। जबान करके बोल नहीं सकदा, गुरु की किरपा नाल बोलदा। ते मैं बेनती करदा, कई बार संगत चो सवाल आउंदे आ भाई साहब बाणी पढ़दे आ अर्थ समझ विच नहीं आउंदे की करिए। मैं बेनती करदा जिन्हां दा गुरु गुरु हरकृष्ण साहब होवे किते पुछण दी लोड़ नहीं, बाणी पढ़न तो पहला अरदास करके वेखियो सच्चिया पातशाह तू छज्जू झीवर वाल मेहरां वाली निगाह करके गीता दे अर्थ पढ़ा ले। असी तेरे दर दे निक्के जे कीड़े आ, तेरे दर दे बच्चे आ, साडे वाल भी मेहरां वाली निगाह कर दे, सानू भी बाणी पढ़दियां नूं बाणी दे अर्थ समझ आ जाण। ये अरदास करके बाणी पढ़ियो, जेड़ी भी बाणी पढ़ोगे बाणी दे अर्थ सतगुरु आप पढ़ा देणगे। सतगुरु कहंदे इन्नी ताकत होवे जो लोकां नूं आखां ओ लोक करन, जेवड़ साहिब तेवड़ दाती दे दे करे रजाई। कहंदे ये ताकतां अपनी मर्जी नाल नहीं मिलदियां, ये ताकतां भी ओ अकाल पुरख वाहिगुरु परमात्मा अपनी रजा विच बख्शदा है। नानक नदर करे जिस ऊपर सच नाम वडियाई। कहंदे बख्शदा ओनू है जिदे वल ओदी नदर हो जावे, जिनको नदर करम तिनकार नानक नदरी नदर निहाल। हुण महाराज नूं पुछिया ओदी निगाह हुंदी किवें है, ते गुरु अंगद साहब जी दा श्लोक अगे सानू दसदा है महला दूजा, आखण आख न रज्जिया सुनन न रज्जे कन, अखी देख न रज्जिया गुण गाहक इक वन। महाराज कहंदे ओदी नदर हुंदी है इंद्रियां नूं काबू विच करके, क्योंकि इंद्रियां काबू विच नहीं हुंदियां। आखण आख न रज्जिया सुनन न रज्जे कन, ए जबान निंदिया करन तो नहीं हटदी, अपनियां सिफतां बोलण तो नहीं हटदी। ते दूसरा जेड़े कन ने ये भी अपनी वडियाई सुनन तो नहीं हटदे, दूसरे दी निंदिया सुनन तो नहीं हटदे, अखां माड़ा रूप वेखण तो नहीं हटदियां। महाराज कहंदे हर एक इंद्री दा कोई गुण सी, लोकां ने गुण छड्ड दिता, इंद्रियां दे विच अवगुण लै आउंदे। इस करके गुरु अर्जन देव जी ने कहा करन ना सुनै काहू की निंदा, सब ते जाने आपस को मंदा, पर तेरे रूप ना पेखै नेत्र साध की टहल संत संगीत। महाराज कहंदे इंद्रियां नहीं हटदियां, भुखिया भुख ना उतरै गल्ली भुख न जाए, नानक भुखा तार जै जा, नानक भुखा तार जै जा गुण कह गुणी समाए। महाराज कहंदे पहला जबान निंदिया बोलणों नहीं हटदी, कन अपनी तारीफ सुनणों नहीं हटदे,
ਅੱਖਾਂ ਮਾੜਾਂ ਵੇਖਣੋਂ ਨਹੀਂ ਹਟਦੀਆਂ। ਤੇ ਇੱਕ ਹੋਰ ਔਗਣ ਹੈ ਬੰਦੇ ਵਿੱਚ ਕਿ ਬੰਦੇ ਦੀ ਭੁੱਖ ਵੀ ਦੂਰ ਨਹੀਂ ਹੁੰਦੀ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਮਹਾਰਾਜ ਕਹਿੰਦੇ ਜਿੰਨਾ ਮਰਜੀ ਬੰਦੇ ਨੂੰ ਸਮਝਾ ਲਓ ਵੀ ਨਾਲ ਕੁਝ ਨਹੀਂ ਜਾਣਾ, ਫਿਰ ਵੀ ਬੰਦੇ ਦੀ ਤ੍ਰਿਸ਼ਨਾ ਨਹੀਂ ਹਟਦੀ। ਮਹਾਰਾਜ ਨੇ ਜਦੋਂ ਮਿਸਰ ਦੇਸ਼ ਵਿੱਚ ਫੇਰੀ ਪਾਈ, ਉੱਥੇ ਇੱਕ ਬਾਦਸ਼ਾਹ ਸੀਗਾ, ਕਹਿੰਦੇ ਕਾਰੂ ਹਮੀਦ ਉਹਦਾ ਨਾਮ ਸੀ। ਬੜਾ ਖਜ਼ਾਨਾ ਇਕੱਠਾ ਕੀਤਾ ਸੀ, ਲੋਕਾਂ 'ਚ ਨਹੀਂ ਸੀ ਵੰਡਦਾ। ਗੁਰੂ ਨਾਨਕ ਸਾਹਿਬ ਗਏ, ਮਹਾਰਾਜ ਨੂੰ ਕਹਿੰਦਾ ਕੋਈ ਨਿਸ਼ਾਨੀ ਬਖਸ਼ੋ। ਮਹਾਰਾਜ ਨੇ ਇੱਕ ਸੂਈ ਦੇ ਦਿੱਤੀ। ਮਹਾਰਾਜ ਕਹਿੰਦੇ ਆ ਨਿਸ਼ਾਨੀ ਦਰਗਾਹ ਵਿੱਚ ਵਾਪਸ ਲਵਾਂਗੇ। ਕਹਿੰਦਾ ਦਰਗਾਹ ਵਿੱਚ ਸੂਈ ਨਾਲ ਨਹੀਂ ਜਾਣੀ। ਮਹਾਰਾਜ ਕਹਿੰਦੇ ਸੂਈ ਨਾਲ ਨਹੀਂ ਜਾਣੀ, ਸੂਈ ਦਾ ਤੈਨੂੰ ਪਤਾ ਹੈ, ਜਿਹੜੇ ਖਜ਼ਾਨਿਆਂ ਦੇ ਨਾਲ ਮਹਿਲ ਭਰ ਕੇ ਬੈਠਾ, ਖਜ਼ਾਨਾ ਵੀ ਨਾਲ ਨਹੀਂ ਜਾਣਾ। ਉਹ ਖਜ਼ਾਨਾ ਗਰੀਬਾਂ ਵਿੱਚ ਵੰਡ ਕੇ ਛਕ ਲੈ। ਸੋ ਮਹਾਰਾਜ ਕਹਿੰਦੇ ਗੱਲਾਂ ਦੇ ਨਾਲ ਲੋਕ ਨਹੀਂ ਸਮਝਦੇ, ਸਮਝਦਾ ਹੋਈ ਹੈ ਜਿਹੜਾ ਪ੍ਰਮਾਤਮਾ ਦੇ ਗੁਣ ਗਾ ਕਰਕੇ ਪ੍ਰਮਾਤਮਾ ਦੇ ਨਾਮ ਵਿੱਚ ਸਮਾ ਜਾਂਦਾ ਹੈ। ਉਹਦਾ ਕਾਰਨ ਪਤਾ ਕੀ ਹੈ? ਪੌੜੀ ਵਿੱਚ ਗੁਰੂ ਸਾਹਿਬ ਬਚਨ ਕਰਦੇ ਨੇ, ਵਿਣ ਸੱਚੇ ਸਭ ਕੂੜ ਕੂੜ ਕਮਾਈਐ, ਵਿਣ ਸੱਚੇ ਕੂੜਿਆਰ ਬੰਨ ਚਲਾਈਐ। ਮਹਾਰਾਜ ਕਹਿੰਦੇ ਜਦੋਂ ਤੱਕ ਸੱਚੇ ਦੀ ਪ੍ਰਾਪਤੀ ਨਾ ਹੋਵੇ ਤੇ ਬੰਦਾ ਝੂਠ ਦੇ ਵਿੱਚ ਹੀ ਉਲਝਿਆ ਰਹਿੰਦਾ, ਝੂਠੇ ਕੰਮ ਕਰਦਾ, ਝੂਠ ਬੋਲਦਾ, ਝੂਠ ਸੁਣਦਾ, ਝੂਠੇ ਕਰਮ ਕਮਾਉਂਦਾ ਤੇ ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾ ਸਦਾ ਸੰਸਾਰ ਦੇ ਵਿੱਚ ਭਟਕਦਾ ਰਹਿੰਦਾ।